ਹੜ੍ਹਾਂ ਨਾਲ ਵੱਡੀ ਪੱਧਰ ਤੇ ਤਬਾਹੀ। ਹੁਣ ਜਿਸ ਤਰ੍ਹਾਂ ਨਵੇਂ ਸਿਰੇ ਤੋਂ ਫਿਰ ਜਿਹੜਾ ਹਿਮਾਚਲ ਜਾਂ ਪੰਜਾਬ ਦੇ ਕੁਝ ਹਿੱਸਿਆਂ 'ਚ ਬਾਰਿਸ਼ਾਂ ਅਲਰਟ ਜਿਹੜਾ ਹੈਗਾ ਵੈਦਰ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਹੈ, ਉਹ ਖਤਰੇ ਹੋਰ ਵੀ ਸਿਰ 'ਤੇ ਮੰਡਰਾ ਰਹੇ ਹੈ। ਇਸ ਸਥਿਤੀ ਦੇ 'ਚ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਇਹਦੇ ਨਾਲ ਸੁਲਝਿਆ ਜਾ ਰਿਹਾ ਔਰ ਕਿੱਦਾਂ ਦੀ ਮਦਦ ਹੈ ਜਿਹੜੀ ਖਾਸ ਤੌਰ 'ਤੇ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਫੈਸਲੇ ਲਏ ਗਏ। ਸਾਹਿਬ ਮੈਨੂੰ ਆਪਣੇ ਕਾਬਲ ਜਿਹੜੇ ਸਾਥੀ ਹੈ ਬੁਲਾਰੇ ਹੈ, ਇਹਨਾਂ ਦਾ ਤਰਕ ਤੇ ਇਹਨਾਂ ਦੀਆਂ ਦਲੀਲਾਂ ਮਨਜ਼ੂਰ ਕਰਦੇ ਹੋਏ ਬੜਾ ਤਕਲੀਫ ਹੋ ਰਹੀ ਹੈ ਕਿ ਪਹਿਲਾਂ ਮੁੱਖ ਮੰਤਰੀ ਬਣਦੇ ਸੀ, ਰਜਵਾੜੇ ਬਣਦੇ ਸੀ, ਮਹਾਰਾਜੇ ਬਣਦੇ ਸੀ, ਵੱਡੇ ਜਗੀਰਦਾਰ ਬਣਦੇ ਸੀ। ਜੇ ਪਹਿਲੀ ਵਾਰ 10 ਕਿੱਲਿਆਂ ਵਾਲਾ ਬਣ ਗਿਆ, ਪੜ੍ਹਿਆ ਲਿਖਿਆ ਮੱਧ ਵਰਗੀ ਪਰਿਵਾਰ ਦਾ ਬੱਚਾ ਬਣ ਗਿਆ, ਤੇ ਉਹਨੂੰ ਕਿਸਾਨੀ ਹੁਣ ਕਿਸੇ ਤੋਂ ਸਿੱਖਣੀ ਪਊਗੀ। ਉਹਨੂੰ ਹੁਣ ਕੋਈ ਹੋਰ ਆ ਕੇ ਦੱਸੂਗਾ ਕਿਸਾਨਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਬਾਰੇ। ਨੰਬਰ 2 ਦੀ ਗੱਲ ਆਈ, ਦੇਖੋ ਜੋ ਸਰਕਾਰ ਕਰ ਸਕਦੀ ਸੀ ਅਸੀਂ ਕਰ ਰਹੇ ਹਾਂ। 186 ਕਰੋੜ ਕੱਲ੍ਹ ਹੀ ਮੁੱਖ ਮੰਤਰੀ ਜੀ ਨੇ ਰਿਲੀਜ਼ ਕੀਤਾ। ਮੈਨੂੰ ਪਤਾ ਹੈ ਕਿ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਹੁੰਦੀ, ਲੇਕਿਨ ਨੁਕਸਾਨ ਬਹੁਤ ਵੱਡਾ ਹੋਇਆ ਹੈ। ਲੇਕਿਨ ਅਸੀਂ ਕੇਂਦਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਹੋਈਆਂ ਕਿ ਇਹਨੂੰ ਨੈਚੁਰਲ ਕਲੈਮਿਟੀ ਡਿਕਲੇਅਰ ਕਰ ਦਿਓ, ਇਹਨੂੰ ਇੱਕ ਕੁਦਰਤੀ ਆਫਤਾ ਡਿਕਲੇਅਰ ਕਰ ਦਿਓ, ਤਾਂ ਕਿ ਅਸੀਂ ਕੁਦਰਤੀ ਆਫਤਾ ਫੰਡ ਕੇਂਦਰ ਦੇ ਜਿਹੜੇ ਪਏ ਹੁੰਦੇ ਆ ਉਹ ਵੀ ਵਰਤ ਸਕੀਏ। ਜਗਤਾਰ ਜੀ ਇਹ ਦੇਖਦੇ ਆ ਵੀ ਜਿਹੜਾ 186 ਕਰੋੜ ਰੁਪਈਆ ਕੱਲ ਰਿਲੀਜ਼ ਕੀਤਾ ਪੰਜਾਬ ਸਰਕਾਰ ਨੇ ਜੀ, ਅਸੀਂ ਇਹ ਦੇਖਦੇ ਆ ਵੀ ਜਿਹੜੀ ਸੈਂਟਰ ਸਰਕਾਰ ਨੇ 218 ਕਰੋੜ ਭੇਜਿਆ ਸੀ, ਮੈਨੂੰ ਲੱਗਦਾ 1 ਮਹੀਨਾ ਹੋ ਗਿਆ ਲਗਭਗ, ਉਹਦੇ ਵਿੱਚੋਂ 186 ਕਰੋੜ ਇਹ ਕਹਿੰਦੇ ਵੀ ਅਸੀਂ ਕੱਲ ਐਲਾਨ ਕਰਤਾ। ਕੱਲ ਵੀ ਜਿਹੜਾ ਕੱਲ ਦਾ ਦਿਨ ਸੀ, ਜਿੱਦਾਂ ਵੱਡਾ ਸੜਕਾਂ ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ, ਨਾਲ ਇਹਨਾਂ ਨੂੰ ਇਹ ਪਤਾ ਲੱਗਾ ਜੀ 32 ਕਿਸਾਨ ਜਥੇਬੰਦੀਆਂ ਨੇ ਵੀ ਲੌਂਗੋਵਾਲ ਦੇ ਵਿੱਚ ਮੀਟਿੰਗ ਸੱਦ ਲਈ। ਪੰਜਾਬ ਸਰਕਾਰ ਕਸੂਤੇ ਸ਼ਿਕੰਜੇ ਦੇ ਵਿੱਚ ਫਸੀ ਸੀ, ਜਿਹਦੇ ਚੋਂ ਮੈਂ ਕਹੂੰਗਾ 186 ਕਰੋੜ ਦਾ ਨਾ ਐਲਾਨ ਕਰਨਾ ਤਾਂ ਮਜਬੂਰੀ 'ਚ। ਮੈਨੂੰ ਇਹ ਲੱਗਦਾ ਵੀ ਸਾਡਾ ਮੁੱਖ ਮੰਤਰੀ ਕਮੇਟੀ ਕਰਦਾ ਹੈ, ਗੱਲਾਂ ਨਾਲ ਤਾਂ ਸਾਰਾ ਕੁਝ ਕਰੀ ਜਾਂਦਾ। ਦੇਖੋ ਉਹਦੀ ਜਿਉਂਦੀ ਜਾਗਦੀ ਉਦਾਹਰਨ ਦੇਊਗਾ, ਮੈਂ ਕਿਸੇ ਤੇ ਲਾ ਕੇ ਨਹੀਂ ਕਹਿੰਦਾ। ਕਿਉਂ ਸਿਰਫ ਉਹ ਭਾਂਡਾ ਜਿਹੜਾ ਹੈ ਉਦੋਂ ਹੀ ਖੁੱਲਦਾ ਹੈ ਜਦੋਂ ਇਸ਼ਤਿਹਾਰ ਲੱਗਣੇ ਹੁੰਦੇ ਆ ਮੁੱਖ ਮੰਤਰੀ ਸਾਹਿਬ ਦੇ ਸੜਕਾਂ ਦੇ ਉੱਤੇ, ਜਾਂ ਜਿਹੜੇ ਬਾਹਰਲੀਆਂ ਸਟੇਟਾਂ ਉਹਨਾਂ ਜਾ ਕੇ ਇਸ਼ਤਿਹਾਰਬਾਜ਼ੀ ਕਰਨੀ ਹੁੰਦੀ ਹੈ, ਉੱਥੇ ਹੀ ਕਿਉਂ ਖਜ਼ਾਨਾ ਖੁੱਲਦਾ ਹੈ? ਕਿਉਂ ਨਹੀਂ ਲੋਕਾਂ ਵਾਸਤੇ ਖਜ਼ਾਨਾ ਖੁੱਲ ਰਿਹਾ? ਕਿਉਂ ਅੱਜ ਕਿਸਾਨਾਂ ਦੀਆਂ ਲਾਸ਼ਾਂ ਜਿਹੜੀਆਂ ਸੜਕ ਤੇ ਵਿਛਾਈਆਂ ਜਾ ਰਹੀਆਂ ਨੇ, ਕਿਉਂ ਕਿਸਾਨਾਂ ਨੂੰ ਡਾਂਗਾ ਮਾਰੀਆਂ ਜਾ ਰਹੀਆਂ ਨੇ ਜਦੋਂ ਆਲਰੇਡੀ ਕੁਦਰਤੀ ਮਾਰ ਹੇਠ ਹੈ ਤੇ ਉੱਤੋਂ ਤੁਹਾਡੀ ਸਰਕਾਰ ਦੀਆਂ ਡਾਂਗਾ ਵੀ ਖਾ ਰਿਹਾ ਤੇ ਲਾਸ਼ਾਂ ਵੇਚ ਰਹੀਆਂ ਨੇ ਉਹਨਾਂ ਦੀਆਂ। ਮੈਂ ਕਹਿੰਦਾ ਐਸੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪਣੇ ਲੋਕਾਂ ਦੇ ਜਿਹੜੀ ਗੱਲ ਕਹਿੰਦੇ ਜੀ ਮਹਾਰਾਜੇ ਸੀਗੇ, ਅੱਜ ਮਹਾਰਾਜਾ ਸਰਤੋਜ 1200 ਗਨਮੈਨ ਲੈ ਕੇ ਘੁੰਮਦਾ ਹੈ। ਅੱਜ ਚਰਚਾ ਇਹ ਜਿਹੜੀ ਸਾਡੀ ਹੋ ਰਹੀ ਹੈ, ਚਰਚਾ ਪਿਆਰ ਭਰੀ ਹੋਣੀ ਚਾਹੀਦੀ ਆ। ਮੈਂ ਖਾਸ ਕਰਕੇ ਅਜੀਤ ਭੁੱਲਰ ਜੀ ਨੂੰ ਬੇਨਤੀ ਕਰੂੰਗਾ ਵੀ ਇਹ ਤੁਸੀਂ ਸਟੇਜ ਤੇ ਭਾਸ਼ਣ ਨਹੀਂ ਦਿੰਦੇ ਵੀ ਤੁਸੀਂ ਇਕੱਲਿਆਂ ਨਹੀਂ ਦੇਣਾ। ਤੁਹਾਨੂੰ ਗੁੱਸਾ ਬਹੁਤ ਆਇਆ, ਤੁਸੀਂ ਇਹ ਗੱਲ ਕਹਿਤੀ ਕਿ ਕਿਸਾਨ ਆਗੂ ਬਰਫੀ ਤੇ ਚਾਹ ਖਾ ਕੇ ਚਾਹ ਪੀ ਕੇ ਮੁੜਿਆ ਤੇ ਦੂਜੇ ਦਿਨ ਕੁੱਟ ਪੈ ਗਈ। ਕੀ ਗੱਲ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸਾਨੂੰ ਬਰਫੀ ਨਹੀਂ ਖਵਾਈ ਉਹਨਾਂ ਨੇ, ਚਾਹ ਨਹੀਂ ਤੇ ਘੁੱਟ ਰਹੀ ਉਦੋਂ ਮਿਲਦਾ ਵੀ ਸੀਗਾ, ਡਾਂਗਾ ਨਹੀਂ ਮਿਲਦੀਆਂ ਸੀਗੀਆਂ ਜਿਸ ਤਰ੍ਹਾਂ ਡਾਂਗਾ ਪੈਂਦੀਆਂ ਨੇ ਹੁਣ। ਇਸ ਗੱਲ ਤੇ ਮੁੜਕਾ ਲਿਆਉਣਾ ਇਹ ਕੋਈ ਪਹਿਲੇ ਮੈਂ ਸਿਆਸੀ ਫਤਵੇਬਾਜ਼ੀ ਚੋਂ ਅਸੀਂ ਇਹ ਕਹਿੰਦੇ ਵੀ ਜਿਹੜਾ ਕੁਝ ਹੁਣ ਡਰੇਨਾਂ ਸਾਫ਼ ਨਹੀਂ ਹੋਈਆਂ, ਮੈਨੂੰ ਇਹ ਸਮਝਾ ਦਿਓ ਅਕਾਲੀ ਦਲ ਨੇ ਕਿਹੜੀਆਂ ਡਰੇਨਾਂ ਸਾਫ਼ ਕਰਾਈਆਂ ਸੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਜਿਸ ਕਦਰ ਹਿਮਾਚਲ ਦੇ ਅੰਦਰ ਤੇ ਪੰਜਾਬ ਦੇ ਅੰਦਰ ਭਾਰੀ ਬਾਰਿਸ਼ਾਂ ਹੋਈਆਂ, ਹੜ੍ਹਾਂ ਕਾਰਨ ਭਾਰੀ ਤਬਾਹੀ, ਵੱਡੀ ਪੱਧਰ ਤੇ ਫਸਲਾਂ ਦਾ ਨੁਕਸਾਨ, ਜਾਨੀ ਨੁਕਸਾਨ, ਮਾਲ ਡੰਗਰ ਦਾ ਨੁਕਸਾਨ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਵੱਡਾ ਸਵਾਲ, ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਕੇਂਦਰ ਸਰਕਾਰ ਦੀ ਗੱਲ ਕਰੀਏ, ਸਰਕਾਰਾਂ ਦੀ ਮਦਦ ਦੇ ਬਗੈਰ ਇਹ ਭਰਪਾਈ ਕਿਸੇ ਹੱਦ ਤੱਕ ਜੋ ਹੋਣੀ ਚਾਹੀਦੀ ਹੈ ਨਹੀਂ ਹੋ ਸਕਦੀ। ਪਰ ਇਸ ਸਵਾਲ ਦੇ ਨਾਲ ਇੱਕ ਦੂਜਾ ਜਵਾਬ ਵੀ ਹੈ ਕਿ ਇਸ ਦੇ ਬਾਵਜੂਦ ਪੰਜਾਬੀਆਂ ਦਾ ਇੱਕ ਸੁਭਾਅ ਹੈ, ਗੁਰੂਆਂ ਪੀਰਾਂ ਤੋਂ ਮਿਲੀ ਪ੍ਰੇਰਨਾ ਹੈ, ਹਰ ਸੰਕਟ ਦੇ ਵੇਲੇ ਇੱਕ ਦੂਜੇ ਨਾਲ ਦੁੱਖ ਦੀ ਘੜੀ 'ਚ ਖੜੇ ਹੁੰਦੇ ਹੈ। ਕਿਸ ਕਦਰ ਇਹਨਾਂ ਵੱਲੋਂ ਲੰਗਰ ਲਾਏ ਗਏ ਹੈ, ਕਿਸ ਕਦਰ ਟਰਾਲੇ ਭਰ ਕੇ ਚਾਰੇ ਦੇ, ਚਾਹੇ ਮੱਕੀ ਦਾ ਚਾਰਾ ਹੈ ਚਾਹੇ ਦੂਜੇ ਚਾਰੇ ਹੈ, ਡੰਗਰਾਂ ਦੇ ਲਈ ਲੈ ਕੇ ਜਾ ਰਹੇ ਹੈ। ਇਹ ਸਾਰੇ ਕਾਸਤੇ ਦੇ ਚੱਲਦਿਆਂ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਇਸ ਤਰਾਸਦੀ ਚੋਂ ਨਿਕਲਣ ਦੇ ਲਈ
ਸਰਕਾਰਾਂ ਨੂੰ ਸਿਰ ਜੋੜ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਹਨਾਂ ਮੁੱਦਿਆਂ ਤੇ ਪੈਨਲ ਤੇ ਜਿਹੜੀ ਬੇਨਤੀ ਪ੍ਰਵਾਨ ਕਰਕੇ ਆਪਣੇ ਸਤਿਕਾਰਤ ਮਹਿਮਾਨ ਆਪਣੇ ਨਾਲ ਜੁੜੇ ਹੈ, ਆਓ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਹਾਂ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਿੰਦਰ ਸਿੰਘ ਬੱਬੀ ਬਾਦਲ ਨੇ, ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਜੀ ਨੇ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਬੁਲਾਰੇ ਹਰਜੀਤ ਭੁੱਲਰ ਜੀ, ਕਿਸਾਨ ਆਗੂਆਂ ਵਿੱਚੋਂ ਮਨਜੀਤ ਸਿੰਘ ਧਨੇਰ ਲੰਬੇ ਸਮੇਂ ਤੋਂ ਕਿਸਾਨ ਅੰਦੋਲਨਾਂ ਦੀ ਅਗਵਾਈ ਕਰ ਰਹੇ ਤੇ ਇਸ ਵੇਲੇ ਹੁਣ ਜਿੱਦਾਂ ਆਪਾਂ ਆਖਦੇ ਹਾਂ ਸੜਕੋ ਸੜਕੀ ਵਟੋ ਵੱਟੀ ਜਿਹੜਾ ਹੈਗਾ, ਜਿੱਥੇ ਹੜ੍ਹ ਪੀੜਤ ਕਿਸਾਨ ਹੈ, ਪਰਿਵਾਰ ਹੈ, ਉਹਨਾਂ ਦੀ ਮਦਦ 'ਚ ਲੱਗੇ ਹੋਏ ਹੈ। ਸਾਡੇ ਨਾਲ ਛੇਤੀ ਇੱਕ ਹੋਰ ਕਿਸਾਨ ਆਗੂ ਰਵਿੰਦਰ ਸਿੰਘ ਵੀ ਜੁਆਇਨ ਕਰਨਗੇ। ਸਾਰੇ ਮਹਿਮਾਨਾਂ ਨੂੰ ਆਪਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤਹਿ ਦਿਲ ਤੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਬੱਬੀ ਬਾਦਲ, ਪਹਿਲਾ ਸਵਾਲ ਬਣਦਾ ਵੀ ਤੁਹਾਡੇ ਤੋਂ ਹੈ। ਜਿੱਦਾਂ ਮੈਂ ਜ਼ਿਕਰ ਕੀਤਾ ਕਿ ਹੜ੍ਹਾਂ ਨਾਲ ਵੱਡੀ ਪੱਧਰ 'ਤੇ ਤਬਾਹੀ, ਹੁਣ ਜਿਸ ਤਰ੍ਹਾਂ ਨਵੇਂ ਸਿਰੇ ਤੋਂ ਫਿਰ ਜਿਹੜਾ ਹਿਮਾਚਲ ਜਾਂ ਪੰਜਾਬ ਦੇ ਕੁਝ ਹਿੱਸਿਆਂ 'ਚ ਬਾਰਿਸ਼ਾਂ ਅਲਰਟ ਜਿਹੜਾ ਹੈਗਾ ਵੈਦਰ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਹੈ, ਉਹ ਖਤਰੇ ਹੋਰ ਵੀ ਸਿਰ 'ਤੇ ਮੰਡਰਾ ਰਹੇ ਹੈ। ਇਹ ਸਥਿਤੀ ਦੇ 'ਚ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਇਹਦੇ ਨਾਲ ਸੁਲਝਿਆ ਜਾ ਰਿਹਾ ਔਰ ਕਿੱਦਾਂ ਦੀ ਮਦਦ ਹੈ ਜਿਹੜੀ ਖਾਸ ਤੌਰ 'ਤੇ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਫੈਸਲੇ ਲਏ ਗਏ ਹੈ। ਬੱਬੀ ਬਾਦਲ ਜੀ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਡਿਬੇਟ ਸ਼ੁਰੂ ਕਰਨ ਤੋਂ ਦੇ ਵਿੱਚ ਹਿੱਸਾ ਪਾਉਣ ਤੋਂ ਪਹਿਲਾਂ ਦੋ ਬੇਨਤੀਆਂ ਮੈਂ ਸਾਫ਼ ਕਰਨੀਆਂ ਚਾਹੁੰਦਾ ਜੀ। ਸਭ ਤੋਂ ਪਹਿਲੀ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਹੜ੍ਹਾਂ ਦੀ ਮਾਰ ਇਸ ਵਾਰ ਪਈ ਹੈ, ਪੰਜਾਬ ਨੂੰ ਜਿੱਡਾ ਵੱਡਾ ਪਰਚਾ ਅਕਾਲ ਪੁਰਖ ਵੱਲੋਂ ਪਾਇਆ ਗਿਆ ਹੈ ਔਰ ਇਸ ਤਰਾਸਦੀ ਦੇ ਵਿੱਚ ਜਿੰਨਾ ਲੋਕਾਂ ਨੂੰ ਮੁਸ਼ਕਲ ਆਈ ਹੈ, ਖਾਸ ਕਰ ਪੇਂਡੂ ਪੰਜਾਬ ਨੂੰ ਤਾਂ ਬਹੁਤ ਹੀ ਜ਼ਿਆਦਾ ਆਈ ਹੈ। ਇਹ ਪਹਿਲਾਂ ਕਦੇ ਨਹੀਂ ਸੀ ਆਈ, ਇਹਦੇ 'ਚ ਕੋਈ ਦੋ ਰਾਏ ਨਹੀਂ। ਨੰਬਰ ਦੂਸਰੀ ਬੇਨਤੀ ਇਹ ਹੈ ਕਿ ਜਿੰਨਾ ਸਮਾਜ ਸੇਵੀ ਸੰਸਥਾਵਾਂ ਨੇ ਬਾਂਹ ਫੜੀ ਔਰ ਪੰਜਾਬ ਦੀ ਜਿਹੜਾ ਉਹ ਮਸ਼ਹੂਰ ਕਲਚਰ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੀ ਪਹਿਚਾਨ ਬੋ ਵਾਲਾ, ਔਰ ਇੱਕ ਦੂਜੇ ਦੀ ਬਾਂਹ ਫੜ ਕੇ ਮਦਦ ਕਰਨ ਵਾਲਾ, ਮੈਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ, ਧਾਰਮਿਕ ਸੰਸਥਾਵਾਂ ਦਾ ਔਰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਔਰ ਖਾਸ ਕਰਕੇ ਨੌਜਵਾਨ ਪੰਜਾਬ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਜਿੱਥੇ ਸਰਕਾਰ ਕਰ ਸਕਦੀ ਸੀ ਸਰਕਾਰ ਨੇ ਆਪਣਾ ਰੋਲ ਨਿਭਾਇਆ। ਜਿੱਥੇ ਬਹੁਤ ਥਾਵਾਂ 'ਤੇ ਸਮਾਜ ਸੇਵੀ ਸੰਸਥਾਵਾਂ ਨੇ ਜੋ ਪੰਜਾਬ ਦੀ ਸੇਵਾ ਕੀਤੀ ਹੈ, ਸਰਕਾਰ ਉਹਦੇ ਲਈ ਧੰਨਵਾਦੀ ਹੈ। ਭਗਵੰਤ ਮਾਨ ਜੀ ਉਹਦੇ ਲਈ ਬਹੁਤ ਬਹੁਤ ਕੋਟਨ ਕੋਟ ਸ਼ੁਕਰਾਨਾ ਸਾਰਿਆਂ ਦਾ ਕਰਦੇ ਨੇ। ਮੈਂ ਹਾਂ, ਤੇ ਦੂਸਰੀ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਬਾਰਿਸ਼ ਦੇ ਨਾਲ ਪਾਣੀ ਦੀ ਮਾਰ ਪਈ, ਘਰ ਵੀ ਢਏ, ਪਸ਼ੂਆਂ ਦਾ ਵੀ ਨੁਕਸਾਨ ਹੋਇਆ, ਜਾਨਾਂ ਵੀ ਗਵਾਈਆਂ। ਦੂਸਰੀ ਮਾਰ ਜਿਹੜੀ ਪਈ ਹੈ ਉਹ ਹਿਮਾਚਲ ਪ੍ਰਦੇਸ਼ 'ਚ ਜ਼ਿਆਦਾ ਬਾਰਿਸ਼ ਪੈਣ ਕਰਕੇ ਜਦੋਂ ਜ਼ਿਆਦਾ ਪਾਣੀ ਉੱਥੋਂ ਰਿਲੀਜ਼ ਹੋਇਆ ਪੌਂਗ ਡੈਮ, ਭਾਖੜਾ ਡੈਮ ਤੋਂ, ਉਹਦੇ ਨਾਲ ਖਾਸ ਕਰਕੇ ਮਾਝੇ ਏਰੀਏ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜਦੋਂ ਦੁਬਾਰਾ ਤੋਂ ਪਾਣੀ ਦੀ ਆਈ। ਦੇਖੋ, ਜੋ ਸਰਕਾਰ ਕਰ ਸਕਦੀ ਸੀ ਅਸੀਂ ਕਰ ਰਹੇ ਹਾਂ। 186 ਕਰੋੜ ਕੱਲ੍ਹ ਹੀ ਮੁੱਖ ਮੰਤਰੀ ਜੀ ਨੇ ਰਿਲੀਜ਼ ਕੀਤਾ। ਮੈਨੂੰ ਪਤਾ ਹੈ ਕਿ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਹੁੰਦੀ, ਲੇਕਿਨ ਨੁਕਸਾਨ ਬਹੁਤ ਵੱਡਾ ਹੋਇਆ ਹੈ। ਲੇਕਿਨ ਅਸੀਂ ਕੇਂਦਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਹੋਈਆਂ ਕਿ ਇਹਨੂੰ ਨੈਚੁਰਲ ਕਲੈਮਿਟੀ ਡਿਕਲੇਅਰ ਕਰ ਦਿਓ, ਇਹਨੂੰ ਇੱਕ ਕੁਦਰਤੀ ਆਫਤਾ ਡਿਕਲੇਅਰ ਕਰ ਦਿਓ ਤਾਂ ਕਿ ਅਸੀਂ ਕੁਦਰਤੀ ਆਫਤਾ ਫੰਡ ਕੇਂਦਰ ਦੇ ਜਿਹੜੇ ਪਏ ਹੁੰਦੇ ਆ ਉਹ ਵੀ ਵਰਤ ਸਕੀਏ। ਲੇਕਿਨ ਅਜੇ ਤੱਕ ਸਟੇਟ ਸਰਕਾਰ ਨੇ ਇਹ ਜਿਹੜੀ ਗ੍ਰਾਂਟ ਹੈ ਇਹ ਆਪਣੀ ਸਟੇਟ ਆਫਤਾ ਫੰਡ 'ਚੋਂ ਦਿੱਤੀ ਹੈ। ਸੋ ਮੈਂ ਸਿਰਫ ਇੰਨੀ ਬੇਨਤੀ ਹੀ ਕਰਦਾ ਕਿਸਾਨ ਵੀਰਾਂ ਨੂੰ ਵੀ, ਸਾਰੀ ਜਿਹੜੇ ਹੜ੍ਹ ਮਾਰੇ ਇਕੱਲੇ ਕਿਸਾਨ ਨਹੀਂ, ਮਜ਼ਦੂਰਾਂ ਦਾ ਵੀ, ਦਿਹਾੜੀਆਂ ਦਾ ਵੀ ਨੁਕਸਾਨ ਹੋਇਆ, ਕਾਮਿਆਂ ਦਾ ਵੀ ਨੁਕਸਾਨ ਹੋਇਆ ਔਰ ਲੋਕਾਂ ਦੇ ਘਰਾਂ ਦੇ ਵਿੱਚ ਰੇਤਾ ਜਮ੍ਹਾਂ ਹੋ ਗਿਆ। ਅਸੀਂ ਵਾਅਦਾ ਕੀਤਾ ਕਿ ਅਸੀਂ ਮੁਆਵਜ਼ਾ ਵੀ ਦੇਵਾਂਗੇ, ਇੱਕ ਨਿੱਕੀ ਚੀਜ਼ ਦਾ ਮੁਆਵਜ਼ਾ ਦੇਵਾਂਗੇ। ਔਰ ਮੈਂ ਤੁਹਾਨੂੰ ਫਿਰ ਤੋਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਖੁਦ ਚੁਰਾਹੇ 'ਚ ਵਿਕ ਜੂਗੀ, ਲੇਕਿਨ ਕਿਸਾਨ ਦਾ ਮੁਆਵਜ਼ਾ ਅਸੀਂ ਪੂਰਾ ਦਾ ਪੂਰਾ ਦੇਵਾਂਗੇ, ਚਾਹੇ ਸਾਨੂੰ ਆਪਣੇ ਸਰੋਤਾਂ 'ਚੋਂ ਦੇਣਾ ਪਵੇ। ਕੇਂਦਰ ਸਰਕਾਰ, ਅਸੀਂ ਦੇਸ਼ ਦਾ ਹਿੱਸਾ ਹੈ, ਕੇਂਦਰ ਸਰਕਾਰ ਫੰਡ ਸਾਡਾ ਹੱਕ ਬਣਦਾ, ਸਾਨੂੰ ਫੰਡ ਜਿਹੜੇ 1500 ਕਰੋੜ ਤੱਕ ਦਾ ਅਸੀਂ ਇਹਨਾਂ ਨੂੰ ਅਨੁਮਾਨ ਪਹਿਲਾਂ ਵੀ ਭੇਜਿਆ ਸੀ। ਹਾਲਾਂਕਿ ਨੁਕਸਾਨ ਤਾਂ ਇਦੋਂ ਬਹੁਤ ਜ਼ਿਆਦਾ ਹੋਇਆ, ਲੇਕਿਨ ਅਸੀਂ ਬੇਨਤੀ ਕਰਦੇ ਹਾਂ ਕਿ ਅਜੇ ਤੱਕ 218 ਕਰੋੜ ਤੋਂ ਬਾਅਦ ਕੋਈ ਗ੍ਰਾਂਟ ਨਹੀਂ ਆਈ ਜੀ। ਹੋਰ ਕਈ ਸੂਬਿਆਂ ਨੂੰ ਐਡਵਾਂਸ 'ਚ ਹੀ ਦੇ ਦਿੰਦੇ ਆ। ਪੰਜਾਬ ਵੀ ਦੇਸ਼ ਦਾ ਹਿੱਸਾ ਹੈ, ਸੋ ਕਿਰਪਾ ਕਰਕੇ
ਪੰਜਾਬੀ ਕਿਸਾਨਾਂ ਤੇ ਵੀ ਕੇਂਦਰ ਤਰਸ ਖਾਵੇ ਤੇ ਸਟੇਟ ਸਰਕਾਰ ਦੀ ਮਦਦ ਕਰੇ। ਸਟੇਟ ਸਰਕਾਰ ਦਿਨ ਰਾਤ ਆਪਣਾ ਫਰਜ਼ ਨਿਭਾਏਗੀ। ਮੈਨੂੰ ਪਤਾ ਲੋਕ ਮੁਸ਼ਕਿਲ ਵਿੱਚ ਹੈ, ਲੋਕਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਰਕਾਰ ਪੂਰਾ ਪੁਰਜ਼ੋਰ ਕੋਸ਼ਿਸ਼ ਕਰਦੀ ਹੈ ਕਿ ਅਸੀਂ ਆਪਣਾ ਕਰ ਸਕੀਏ। ਫਿਰ ਆਪਾਂ ਇਸ ਮੁੱਦੇ ਤੇ ਆਵਾਂਗੇ। ਸਾਡੇ ਨਾਲ ਕਿਸਾਨ ਆਗੂ, ਜਦੋਂ ਮੈਂ ਪਹਿਲਾਂ ਵੀ ਕਿਹਾ, ਰਮਿੰਦਰ ਜੀ ਵੀ ਜੁੜ ਚੁੱਕੇ ਹੈ। ਧੰਨਵਾਦ ਰਮਿੰਦਰ ਜੀ ਤੁਹਾਡਾ, ਤੁਸੀਂ ਆਏ ਹੋ। ਤਨੇਰ ਸਾਹਿਬ, ਇਸ ਮਾਮਲੇ ਤੇ ਮਿਹਰਬਾਨੀ। ਤਨੇਰ ਜੀ, ਸਵਾਲ ਤੁਹਾਡੇ ਤੋਂ ਲੈਣ ਲੱਗੇ ਹਾਂ। ਜੋ ਬੱਬੀ ਬਾਦਲ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਤੌਰ ਤੇ ਸੇਵੀ ਸੰਸਥਾਵਾਂ, ਉਹਨਾਂ ਦਾ ਧੰਨਵਾਦ ਤਾਂ ਹੈ ਹੀ ਹੈ, ਜੋ ਮਦਦ ਕਰ ਸਕਦੀ ਹੈ। 186 ਕਰੋੜ ਦੀ ਰਕਮ ਉਹਨਾਂ ਨੇ ਕਿਹਾ ਜਾਰੀ ਕੀਤੀ ਹੈ। ਕੇਂਦਰ ਨੇ ਪਹਿਲੀ ਜਿਹੜੀ ਹੈਗੀ ਰਕਮ ਜਾਂ ਖੇਪ ਭੇਜਣ ਤੋਂ ਬਾਅਦ ਮੁੜ ਕੇ ਅਜੇ ਤੱਕ ਗੱਲ ਨਹੀਂ ਕੀਤੀ ਇਸ ਮੁੱਦੇ ਦੇ ਉੱਤੇ। ਕਿਸਾਨ ਜਥੇਬੰਦੀਆਂ ਲਗਾਤਾਰ ਇਸ ਮਾਮਲੇ ਤੇ ਜਦੋਜਹਿਦ ਵੀ ਕਰ ਰਹੀਆਂ ਔਰ ਮੰਗ ਵੀ ਕਰ ਰਹੀਆਂ ਕਿ ਫੌਰੀ ਰਾਹਤ ਜਾਂ ਮਦਦ ਦੀ ਜ਼ਰੂਰਤ ਹੈ ਇਸ ਵੇਲੇ ਕਿਸਾਨਾਂ ਨੂੰ, ਜਿਸ ਕਦਰ ਵੱਡੀ ਤਬਾਹੀ ਹੋਈ ਹੈ। ਤਨੇਰ ਜੀ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਅਸੀਂ ਜਗਤਾਰ ਜੀ ਇਹ ਦੇਖਦੇ ਹਾਂ ਵੀ ਜਿਹੜਾ 186 ਕਰੋੜ ਰੁਪਇਆ ਕੱਲ ਰਿਲੀਜ਼ ਕੀਤਾ ਪੰਜਾਬ ਸਰਕਾਰ ਨੇ ਜੀ, ਅਸੀਂ ਇਹ ਦੇਖਦੇ ਹਾਂ ਵੀ ਜਿਹੜੀ ਸੈਂਟਰ ਸਰਕਾਰ ਨੇ 218 ਕਰੋੜ ਭੇਜਿਆ ਸੀ, ਮੈਨੂੰ ਲੱਗਦਾ 1 ਮਹੀਨਾ ਹੋ ਗਿਆ ਲਗਭਗ, ਉਹਦੇ ਵਿੱਚੋਂ 186 ਕਰੋੜ ਇਹ ਕਹਿੰਦੇ ਵੀ ਅਸੀਂ ਕੱਲ ਐਲਾਨ ਕਰਤਾ। ਕੱਲ ਵੀ ਜਿਹੜਾ ਕੱਲ ਦਾ ਦਿਨ ਸੀ, ਜਿੱਦਾਂ ਵੱਡਾ ਸੜਕਾਂ ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ, ਨਾਲ ਇਹਨਾਂ ਨੂੰ ਇਹ ਪਤਾ ਲੱਗਾ ਜੀ 32 ਕਿਸਾਨ ਜਥੇਬੰਦੀਆਂ ਨੇ ਵੀ ਲੌਂਗੋਵਾਲ ਦੇ ਵਿੱਚ ਮੀਟਿੰਗ ਸੱਦ ਲਈ। ਪੰਜਾਬ ਸਰਕਾਰ ਕਸੂਤੇ ਸ਼ਿਕੰਜੇ ਦੇ ਵਿੱਚ ਫਸੀ ਸੀ, ਜਿਹਦੇ ਚੋਂ ਮੈਂ ਕਹੂੰਗਾ 186 ਕਰੋੜ ਦਾ ਨਾ ਐਲਾਨ ਕਰਨਾ ਪਿਆ ਮਜਬੂਰੀ 'ਚ। ਮੈਨੂੰ ਇਹ ਲੱਗਦਾ ਵੀ ਸਾਡਾ ਮੁੱਖ ਮੰਤਰੀ ਕਮੇਟੀ ਕਰਦਾ ਹੈ, ਗੱਲਾਂ ਨਾਲ ਤਾਂ ਸਾਰਾ ਕੁਝ ਕਰੀ ਜਾਂਦਾ। ਦੇਖੋ, ਉਹਦੀ ਜਿਉਂਦੀ ਜਾਗਦੀ ਉਦਾਹਰਨ ਦੇਊਗਾ, ਮੈਂ ਕਿਸੇ ਤੇ ਲਾ ਕੇ ਨਹੀਂ ਕਹਿੰਦਾ। ਜਿਸ ਦਿਨ 1500 ਕਰੋੜ ਬੱਬੀ ਜੀ ਕਹਿੰਦੇ ਅਸੀਂ ਮੰਗਿਆ ਸੈਂਟਰ ਸਰਕਾਰ ਤੋਂ, ਕੈਬਨਿਟ ਦੇ ਵਿੱਚ ਮੰਗਿਆ, ਸਾਨੂੰ ਵੀ ਪਤਾ ਹੀ ਮੰਗਿਆ, ਕੈਬਨਿਟ 'ਚ ਪਾਸ ਕੀਤਾ, ਪਰ ਕੈਬਨਿਟ ਦੀ ਮੀਟਿੰਗ 'ਚ ਉੱਠ ਕੇ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਅਸੀਂ ਸੈਂਟਰ ਤੋਂ ਇੱਕ ਨਵਾਂ ਪੈਸਾ ਵੀ ਮੰਗਾਂਗੇ ਨਹੀਂ, ਜਦੋਂ ਵਿੱਤ ਮੰਤਰੀ ਇਹ ਕਹਿ ਰਿਹਾ ਵੀ ਸਾਨੂੰ 1500 ਕਰੋੜ ਦੀ ਮਦਦ ਦਿੱਤੀ ਜਾਵੇ। ਇਹ ਜਿਹੜੀਆਂ ਐਵੇਂ ਬੰਦ ਟਬੂਸੀਆਂ ਮਾਰੀਆਂ ਜਾ ਰਹੀਆਂ, ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ। ਇਹ ਜਿਹੜਾ ਮਤਲਬ ਨੁਕਸਾਨ ਇਕੱਲੇ ਕਿਸਾਨਾਂ ਦਾ ਕਿਉਂ, ਮੈਂ ਕਹਿੰਦਾ ਇਨਸਾਨਾਂ ਦਾ ਨੁਕਸਾਨ ਹੋਇਆ ਇਹਦੇ 'ਚ। ਇਹ ਗਰੀਬਾਂ ਦਾ ਵੀ ਹੋਇਆ, ਦੁਕਾਨਦਾਰਾਂ ਦਾ ਵੀ ਹੋਇਆ, ਟਰਾਂਸਪੋਰਟਾਂ ਦਾ ਵੀ ਹੋਇਆ, ਬਹੁਤ ਕੁਝ ਨੁਕਸਾਨ ਹੋਇਆ। ਜਿਹੜਾ 186 ਕਰੋੜ ਦਾ ਮੈਂ ਕਹੂੰਗਾ ਵੀ ਇੱਕ ਧਾਰ ਵੀ ਹੈ ਨਹੀਂ ਉਹਦੇ ਵਿੱਚੋਂ। ਇਹਨਾਂ ਨੂੰ ਦੇਣਾ ਚਾਹੀਦਾ, ਇਹਨਾਂ ਦੀ ਜ਼ਿੰਮੇਵਾਰੀ ਹੈ। ਇਹਨਾਂ ਨੇ ਬਿੰਦੇ ਬਿੰਦੇ ਵੱਲ ਇਹ ਕਰਕੇ ਅਸੀਂ ਗਰਦਾਵਰੀਆਂ ਕਾਹਦੀਆਂ ਗਰਦਾਵਰੀਆਂ ਕਰਾਉਣੀਆਂ ਜੀ। ਇੱਕ ਮੇਰੀ ਗੱਲ ਮੈਂ ਸਾਫ਼ ਕਹੂੰਗਾ, ਜਦੋਂ ਅਸੀਂ ਖੇਤ ਨੂੰ ਪਰਾਲੀ ਨੂੰ ਅੱਗ ਲਾਉਣੇ ਆ ਤਾਂ ਉਦੋਂ ਕੋਈ ਇਹਨਾਂ ਦਾ ਜੰਤਰ ਉੱਤੇ ਛੱਡਿਆ ਹੁੰਦਾ, ਉਹ ਜਾ ਕੇ 100 ਮੀਲ ਤੇ ਵੀ ਦੱਸ ਦਿੰਦਾ ਵੀ ਅੱਜ ਫਲਾਣੇ ਨੰਬਰ 'ਚ ਅੱਗ ਲੱਗੀ ਹੋਈ ਹੈ, ਧੂੰਆਂ ਨਿਕਲਦਾ। ਕੀ ਗੱਲ ਉੱਥੇ ਪਾਣੀ ਕਿਉਂ ਨਹੀਂ ਦਿੰਦਾ ਉਸ ਜੰਤਰ ਨੂੰ? ਉਦੋਂ ਦੀਆਂ ਗਰਦਾਵਰੀ ਕਰਕੇ ਹੁਣ ਤਾਂ ਲੋਕਾਂ ਦੇ ਖਾਤਿਆਂ 'ਚ ਪਾਇਆ ਹੁੰਦਾ। ਉਹ ਲੋਕ ਤਰ੍ਹਾਂ ਕਰਦੇ ਆ, ਬਿਮਾਰੀਆਂ ਨਾਲ ਲੜਾਈ ਲੜ ਰਹੇ ਆ ਲੋਕ, ਪਸ਼ੂ ਭੁੱਖੇ ਮਰ ਰਿਹਾ। ਅਸੀਂ ਹੁਣ ਚੱਲ ਰਹੇ ਹਾਂ, ਅੱਜ ਵੀ ਅਸੀਂ ਕਾਫਲਾ ਲੈ ਕੇ ਚੱਲੇ ਆ। ਹਰਾ ਚਾਰਾ ਸਰਕਾਰ ਦੱਸ ਦੇਵੇ ਵੀ ਹਰੇ ਚਾਰੇ ਦੀ ਕਿੰਨੀ ਸਪਲਾਈ ਕੀਤੀ ਉਹਨੇ, ਜਾਂ ਦੀ ਜਾਂਦੇ ਪਸ਼ੂਆਂ ਨੂੰ ਦਾਣਾ ਕਿੰਨਾ ਕੁ ਵੰਡਿਆ ਹੁਣ ਤੱਕ, ਉਹ ਸਾਡੇ ਧਿਆਨ 'ਚ ਲਿਆ ਦੇਣ, ਸਾਡੇ ਧਿਆਨ 'ਚ ਹੈ ਨਹੀਂ। ਜੀ ਤਨੇਰ ਸਾਹਿਬ, ਮੈਂ ਫੇਰ ਆਵਾਂਗੇ ਇਸ ਮੁੱਦੇ ਤੇ, ਵੱਡਾ ਮਾਮਲਾ ਜਿਸ ਮੁੱਦੇ ਤੇ ਆਪਾਂ ਸਵਾਲ ਲੈ ਰਹੇ ਹਾਂ, ਦੁਬਾਰਾ ਗੱਲ ਕਰਾਂਗੇ। ਬੱਬੀ ਬਾਦਲ, ਮੈਂ ਬਾਕੀ ਮਹਿਮਾਨਾਂ ਤੋਂ ਹੀ ਸਵਾਲ ਲਵਾਂਗਾ, ਕਿਉਂਕਿ ਸਿੱਧੇ ਤੌਰ ਤੇ ਕਿਸਾਨ ਆਗੂ ਨੇ ਤੁਹਾਡੇ ਬਾਰੇ ਗੱਲ ਕੀਤੀ ਹੈ, ਜਾਣੀ ਕਿ ਪਾਰਟੀ ਜਾਂ ਸਰਕਾਰ ਦੀ ਆਪਾਂ ਗੱਲ ਕਰ ਰਹੇ ਹਾਂ। ਸੰਖੇਪ ਦੇ ਵਿੱਚ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਕਿ ਵੀ ਕਿਸ ਕਦਰ ਜਿਹੜੀ ਮਦਦ ਹੈ ਤਾਂ ਉਹੀ ਇੱਕ ਜਿਹੜੀ ਜਿਵੇਂ ਕਹਿੰਦੇ ਇੱਕ ਬੂੰਦ ਵੀ ਨਹੀਂ ਜੋ ਮਦਦ ਦੀ ਗੱਲ ਕਰਦੇ, ਜੋ ਕੇਂਦਰ ਨੇ ਦਿੱਤਾ ਉਹਦੇ 'ਚ ਕੁਝ ਹਿੱਸਾ ਦਿੱਤਾ ਹੈ, ਬਾਕੀ ਤਾਂ ਐਵੇਂ ਡਰਾਮੇਬਾਜ਼ੀ ਵਾਲੀ ਗੱਲ ਹੈ। ਨਹੀਂ ਸਿੱਧੂ ਸਾਹਿਬ, ਮੈਂ ਧਨੇਰ ਸਾਹਿਬ ਨੂੰ ਕਲੀਅਰ ਕਰਦਾ ਹੈ। ਜਿਹੜੀ ਕੇਂਦਰ ਨੇ 218 ਕਰੋੜ ਰੁਪਈਆ ਆਪਾਂ ਨੂੰ ਦਿੱਤਾ ਸੀ, ਉਹਦੇ ਚੋਂ 105 ਕਰੋੜ ਰੁਪਈਆ ਤਾਂ ਪਹਿਲੇ 3-4 ਦਿਨਾਂ 'ਚ ਹੀ ਆਪਾਂ ਭੇਜਤਾ ਸੀ, ਕਿਉਂ ਕਰਕੇ ਸੜਕਾਂ ਦੀ ਵੀ ਮੁਰੰਮਤ ਕਰਨੀ ਸੀ, ਦਵਾਈਆਂ ਵਾਸਤੇ ਵੀ ਆਪਾਂ ਦੇਣਾ ਸੀ, ਬਹੁਤ ਸਾਰੇ ਇਲੈਕਟ੍ਰਿਸਿਟੀ ਬੋਰਡ ਦੇ ਜਨਰੇਸ਼ਨ ਵਾਲੇ ਉਹ ਖੰਭੇ ਵੀ ਡਿੱਗ ਪਏ ਸੀ, ਉਹਨੂੰ ਵੀ ਰਿਸਟੋਰ ਕਰਨਾ ਸੀ। ਸੋ 105 ਕਰੋੜ ਤਾਂ ਪਹਿਲੇ 3-4 ਦਿਨਾਂ 'ਚ ਹੀ ਆਪਾਂ ਦੇਤਾ ਸੀ। ਇਹ ਜਿਹੜਾ ਆਪਾਂ ਹੁਣ 186 ਕਰੋੜ ਦਿੱਤਾ ਹੈ, ਇਹ ਆਪਣੇ ਸਟੇਟ ਆਪਦਾ ਫੰਡ 'ਚੋਂ ਦਿੱਤਾ ਹੈ। ਆਪਾਂ ਜਿਹੜਾ ਸਟੇਟ ਆਪਦਾ ਫੰਡ ਹੈ ਉਹਦੇ ਵਿੱਚੋਂ ਆਪਾਂ ਐਲਾਨ ਨਹੀਂ ਕੀਤਾ, ਆਪਾਂ ਭੇਜ ਦਿੱਤਾ ਹੈ 16 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ। ਜੇ ਕਹੋਗੇ ਤਾਂ ਮੇਰੇ ਕੋਲ ਇੱਕ ਜ਼ਿਲ੍ਹੇ ਦਾ ਵੀ ਆંકੜਾ ਹੈ ਵੀ ਕਿਹੜੇ ਜ਼ਿਲ੍ਹੇ ਨੂੰ ਕਿੰਨੇ ਪੈਸੇ ਗਏ ਹੈ। ਲੇਕਿਨ ਮੈਂ ਸਿਰਫ ਇੰਨੀ ਬੇਨਤੀ ਕਰਨੀ ਹੈ, ਮੈਂ ਖੁਦ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਇਹ ਕੋਈ ਬਹੁਤੀ ਵੱਡੀ ਰਕਮ ਨਹੀਂ। ਅਸੀਂ ਮੰਨਦੇ ਕਿ ਅਸੀਂ ਸਾਰਾ ਮੁਆਵਜ਼ਾ ਦੇਤਾ 186 ਕਰੋੜ ਨਾਲ। ਅਸੀਂ ਇਹ ਸ਼ੁਰੂਆਤ 15 ਅਗਸਤ ਤੋਂ ਕੀਤੀ ਸੀ, ਮੁੱਖ ਮੰਤਰੀ ਜੀ ਨੇ, ਅਸੀਂ ਉਹਦੀ ਹੀ ਇਹ ਇੱਕ ਕਿਸ਼ਤ ਦਿੱਤੀ ਹੈ। ਜਦੋਂ ਕੇਂਦਰ ਦੀ ਟੀਮ ਅਸੈਸ ਕਰਨ ਵਾਸਤੇ ਆਈ ਸੀ,
ਅਸੀਂ ਸਾਰੇ ਜਿੰਨੇ ਆਪਣੇ ਮੇਨ ਮਹਿਕਮੇ ਆ ਉਹਨਾਂ ਦੇ ਸੈਕਟਰੀ ਆਲੇ ਦੁਆਲੇ ਬਾਤੇ ਸੀ। ਇੱਕ ਸੈਕਟਰੀ ਨੇ ਪ੍ਰੈਜੈਂਟੇਸ਼ਨ ਦੇ ਕੇ ਉਹਨਾਂ ਨੂੰ ਸਮਝਾਇਆ ਸੀ ਵੀ PWD ਦਾ ਕਿੰਨਾ ਨੁਕਸਾਨ ਹੋਇਆ ਹੈ, ਪਾਵਰ ਮਹਿਕਮੇ ਦਾ ਕਿੰਨਾ ਨੁਕਸਾਨ ਹੋਇਆ ਹੈ, ਸੜਕਾਂ ਮਹਿਕਮੇ ਦਾ ਕਿੰਨਾ ਨੁਕਸਾਨ ਹੋਇਆ ਹੈ। ਸੋ ਬੇਨਤੀ ਇਹ ਹੈ ਕਿ ਜਿੰਨੇ ਟੈਕਸਾਂ ਦੇ ਫੰਡ ਹੈ, ਜਿੰਨੇ ਇਨਕਮ ਟੈਕਸ ਹੈ, ਜਿੰਨੇ GST ਹੈ, ਸਾਰਿਆਂ ਦਾ ਵੱਡਾ ਹਿੱਸਾ ਕੇਂਦਰ ਕੋਲ ਚਲਿਆ ਜਾਂਦਾ। ਕਿਰਪਾ ਕਰਕੇ ਕੇਂਦਰ ਵੱਡਾ ਦਿਲ ਦਿਖਾ ਕੇ ਪੰਜਾਬ ਦੇ ਕਿਸਾਨਾਂ ਵਾਸਤੇ ਸਾਨੂੰ ਫੰਡ। ਥੈਂਕ ਯੂ ਬੱਬੀ ਬਾਦਲ, ਤੁਹਾਡੀ ਗੱਲ ਆ ਗਈ। ਗੁਰਸ਼ੇਰ ਜੀ, ਇਸ ਮਾਮਲੇ ਤੇ ਪੰਜਾਬ ਸਰਕਾਰ ਦਾ ਇੱਕ ਨਜ਼ਰੀਆ ਹੈ, ਕਿਸਾਨ ਆਗੂਆਂ ਦੇ ਕਮੈਂਟ ਵੀ ਤੁਸੀਂ ਸੁਣੇ ਹੈ ਕਿ ਫੌਰੀ ਮਦਦ ਦੀ ਜ਼ਰੂਰਤ ਹੈ। ਬੱਬੀ ਬਾਦਲ ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਮਦਦ ਕਰ ਹੀ ਰਹੇ ਹਾਂ, ਪਰ ਕੇਂਦਰ ਨੂੰ ਵੱਡਾ ਹਿੱਸਾ ਜਾਂ ਵੱਡੇ ਭਰਾ ਦੇ ਤੌਰ ਤੇ ਭੂਮਿਕਾ ਨਿਭਾਉਣ ਦੀ ਲੋੜ ਹੈ, ਜਿਸ ਕਦਰ ਪੰਜਾਬ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਗੁਰਸ਼ੇਰ ਜੀ। ਸਿੱਧੂ ਸਾਹਿਬ ਇੱਦਾਂ ਵੀ 22 ਸੂਬਿਆਂ ਦੇ ਵਿੱਚ ਹੜ੍ਹ ਆਏ, ਆਪਦਾ ਆਈ। ਕੇਂਦਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਪਹਿਲੇ ਵੀਕ ਦੇ ਵਿੱਚ ਹਰ ਸਟੇਟ ਨੂੰ ਫੰਡ ਭੇਜਿਆ, ਜਿਹਦੇ ਵਿੱਚ ਪੰਜਾਬ ਦੀ ਗੱਲ ਕਰਾਂ 218 ਕਰੋੜ ਰੁਪਏ ਪਹਿਲੇ ਹਫਤੇ 'ਚ ਭੇਜਿਆ। ਡੇਢ ਮਹੀਨਾ ਸਵਾ ਮਹੀਨਾ ਇਹਨਾਂ ਨੇ ਲਾਤਾ ਸਿਰਫ ਉਹਦੇ ਵਿੱਚੋਂ 186 ਕਰੋੜ ਦੇਣ ਵਾਸਤੇ। ਇਹ ਬੱਬੀ ਬਾਦਲ ਜੀ ਨੇ ਹੁਣੇ ਗੱਲ ਕੀਤੀ ਵੀ 100 ਕਿੰਨੇ ਕਰੋੜ ਪਹਿਲੇ 3 ਦਿਨਾਂ 'ਚ ਦੇਤਾ। ਇਸ ਤੋਂ ਵੱਡਾ ਕੋਰਾ ਝੂਠ ਕੋਈ ਨਹੀਂ। ਕਹਿੰਦੇ ਸੜਕਾਂ ਦੇ ਬਣਾਉਣੀਆਂ ਸੀ, ਸੜਕਾਂ ਤਾਂ ਬਰਸਾਤੀ ਦੇ ਵਿੱਚ ਸੜਕਾਂ ਬਣਦੀਆਂ ਹੀ ਨਹੀਂ, ਸਿਰਫ ਮਿੱਟੀ ਪਾ ਕੇ ਪੂਰਿਆ ਜਾਂਦਾ, ਸੜਕਾਂ ਨਹੀਂ ਬਣੀਆਂ। ਇੱਕ ਕੋਰਾ ਝੂਠ ਬੋਲਿਆ ਗਿਆ। ਅੱਜ ਤੱਕ ਜੇ ਉਹ ਗੱਲ ਕਰਦੇ ਸਿਰਫ 4-5 ਆਗੂਆਂ ਨੂੰ ਪੈਸੇ ਦੇ ਕੇ 15 ਅਗਸਤ ਨੂੰ ਫੋਟੋਆਂ ਖਿਚਵਾ ਕੇ ਭਗਵੰਤ ਮਾਨ ਜੀ ਚਲੇ ਗਏ। ਉਦੋਂ ਬਾਅਦ ਕੱਲ ਜਦੋਂ ਪ੍ਰੈਸ਼ਰ ਬਣਿਆ, ਕਿਸਾਨਾਂ ਨੇ ਚੌ ਤਰਫਾ ਪ੍ਰੈਸ਼ਰ ਬਣਾਇਆ ਵੀ ਜਿਹੜਾ ਕੇਂਦਰ ਦਾ ਫੰਡ ਆਇਆ ਉਹੀ ਹਲੇ ਤੱਕ ਇਹਨਾਂ ਕੋਲ ਵੰਡਿਆ ਨਹੀਂ ਗਿਆ, ਤੇ ਬਾਕੀ ਕੀ ਕਰਨਗੇ। ਉਸ ਤੋਂ ਇਨ ਬਿਟਵੀਨ ਕੇਂਦਰ ਦੀਆਂ ਏਜੰਸੀਆਂ ਆ ਵੀ ਗਈਆਂ, ਉਹ ਆਪਣਾ ਅਸੈਸਮੈਂਟ, ਪੰਜਾਬ ਦੀ ਗਵਰਨਮੈਂਟ ਦੇ ਵੀ ਅਧਿਕਾਰੀ ਉੱਥੇ ਲੱਗੇ, ਕੇਂਦਰ ਦੇ ਵੀ ਅਧਿਕਾਰੀ ਲੱਗੇ, ਉਹ ਆਪਦਾ ਫੰਡ ਵਾਲੇ, ਉਹ ਠੀਕ ਹੈ ਅਸੈਸਮੈਂਟ ਕਰਕੇ ਉੱਥੇ ਭੇਜੀ ਹੈ, ਉਹ ਚੀਜ਼ ਫੰਡ ਆਊਗਾ। ਪਰ ਪੰਜਾਬ ਸਰਕਾਰ ਇਹ ਦੱਸੇ, ਇੱਕ ਪਾਸੇ ਇਹਨਾਂ ਦੇ ਮੰਤਰੀ ਕਹਿੰਦੇ ਆ ਕਿ ਅਸੀਂ ਬੇਨਤੀ ਕਰਦੇ ਕੇਂਦਰ ਸਰਕਾਰ ਨੂੰ, ਮੁੱਖ ਮੰਤਰੀ ਕਹਿੰਦੇ ਅਸੀਂ ਇਹਨਾਂ ਕੋਲ ਪੈਸਾ ਲੈਣਾ ਹੀ ਕੋਈ ਨਹੀਂ, ਸਾਡੇ ਕੋਲ ਤਾਂ ਪੈਸਾ ਪਹਿਲਾਂ ਹੀ ਐਡਵਾਂਸ ਪਿਆ ਆ। ਚਾਹੇ ਬੱਕਰੀ ਮਰੂਗੀ, ਚਾਹੇ ਮੁਰਗੀ ਹੋਊਗੀ, ਚਾਹੇ ਮੁਰਗੀ ਦਾ ਅੰਡਾ ਆਊਗਾ, ਤੇ ਚਾਹੇ ਜੀਰੀ ਲਾਣੀ ਹੋਊਗੀ, ਚਾਹੇ ਕੱਦੂ, ਕਹਿੰਦੇ ਕੱਦੂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੱਦੂ ਲਾਣ ਦੇ ਪੈਸੇ ਵੀ ਦਿਆਂਗੇ। ਤੇ ਦੀ ਇੱਕ ਪਾਸਾ ਪਿਛਲਾ ਵੀ ਲੈ ਜਾਓ। ਜੀ ਸਵਾਲ ਆਪਾਂ ਬਿਲਕੁਲ ਸਹੀ। ਇੱਕ ਪਿਛਲਾ ਪਾਸਾ ਸੁਣ ਲਓ ਮੇਰਾ। ਸਿਰਫ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਅਸੀਂ ਇੱਕ ਸਰਕਾਰ ਬਣਨ ਤੋਂ ਪਹਿਲਾਂ ਅਸੀਂ 50,000 ਕਰੋੜ ਰੁਪਈਆ ਦਾ ਫੰਡ ਸਾਡਾ ਆਟੋਮੈਟਿਕ ਬਣ ਜਾਊਗਾ, ਚਾਹੇ ਰੇਤਾ ਦੇ ਵਿੱਚੋਂ ਆਏ, ਚਾਹੇ ਕਰਪਸ਼ਨ ਖਤਮ ਕਰਨ ਦੇ ਵਿੱਚੋਂ ਆਏ। ਇਹਦਾ ਮਤਲਬ ਇਹਨਾਂ ਕੋਲ ਪੈਸਾ ਬਹੁਤ ਹੈ। ਜਿਹੜੀਆਂ ਇਹਨਾਂ ਦੀਆਂ ਦਾਅਵੇ ਸੀਗੇ, ਜੇ ਇੰਨਾ ਪੈਸਾ ਫਿਰ ਅੱਜ ਕਿਸਾਨਾਂ ਨੂੰ ਧਰਨੇ ਲਾਣੇ ਕਿਉਂ ਪੈ ਰਿਹਾ, ਕਿਸਾਨਾਂ ਨੂੰ ਡਾਂਗਾਂ ਕਿਉਂ ਪੈ ਰਹੀਆਂ, ਕਿਸਾਨਾਂ ਨੂੰ ਮਰਨਾ ਕਿਉਂ ਪੈ ਰਿਹਾ, ਇਹ ਵੀ ਦੱਸ ਦੇਣ। ਆਪਾਂ ਇੱਕ ਸਵਾਲ ਜਿਹੜਾ ਹੈਗਾ, ਬਾਕੀ ਮਹਿਮਾਨ ਵੀ ਅਜੇ ਆਪਾਂ ਉਹਨਾਂ ਤੋਂ ਸਵਾਲ ਲੈਣੇ ਆ। ਸੰਖੇਪ 'ਚ ਮੈਂ ਚਾਹਾਂਗਾ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਸ਼ਾਇਦ ਇਹ ਸਵਾਲ ਦਰਸ਼ਕਾਂ ਦੇ ਮਨ 'ਚ ਵੀ ਹੋਏਗਾ, ਉਹ ਵੀ ਜਾਣਨਾ ਚਾਹੁੰਦੇ ਨੇ। ਜੋ ਪੰਜਾਬ ਸਰਕਾਰ ਵੱਲੋਂ ਮਦਦ ਆਈ ਹੈ, ਘੱਟ ਆਈ ਹੈ, ਤੁਸੀਂ ਵਾਜਬ ਫਰਮਾ ਰਹੇ ਹੋਵੋਗੇ, ਪਰ ਸਵਾਲ ਇਹ ਵੀ ਉੱਠ ਰਿਹਾ ਕਿ ਕੇਂਦਰ ਦੀ ਇੱਕ ਭੂਮਿਕਾ। ਦੇਖੋ ਪੰਜਾਬ ਜਿਸ ਕਦਰ ਦੇਸ਼ ਨੂੰ GST ਦੂਜੇ ਮੁੱਦਿਆਂ ਤੇ ਫੰਡਸ ਮੁਹੱਈਆ ਕਰਵਾਉਂਦਾ ਨਾ, ਹੁਣ ਇਸ ਵੇਲੇ ਜੇ ਆਪਾਂ ਪਿਛਲੇ 218 ਕਰੋੜ ਨੂੰ ਹੀ ਲੱਗੇ ਰਹਾਂਗੇ ਜਾਂ ਗੱਲ ਕਰਦੇ ਰਹਾਂਗੇ, ਪੰਜਾਬ 'ਚ ਤਾਂ ਬਹੁਤ ਵੱਡਾ, ਜਿਵੇਂ ਕਹਿ ਰਹੇ ਆ ਬੱਬੀ ਬਾਦਲ ਕੇ 1500 ਕਰੋੜ ਰੁਪਏ ਦੀ ਗੱਲ ਹੈ, ਤੇ ਜੇ ਕੇਂਦਰ ਨੇ 218 ਕਰੋੜ ਰੁਪਇਆ ਦਿੱਤਾ ਵੀ ਹੈ, ਉਹ ਲੱਗਦਾ ਕਿ ਨਾ ਕਾਫੀ ਹੈ। ਗੁਰਸ਼ੇਰ ਜੀ, ਆਪਣੇ ਤੌਰ ਤੇ ਵੀ ਕੇਂਦਰ ਨੂੰ ਫੈਸਲਾ ਲੈਣ ਦੀ ਲੋੜ ਹੈ ਕਿ ਨਹੀਂ ਹੈ? ਜੇ ਪੰਜਾਬ ਦੀ ਨਲਕੀ ਹੋਏਗੀ ਤਾਂ ਲੋਕ ਜ਼ਰੂਰ ਪੁੱਛਣਗੇ। ਬਿਲਕੁਲ ਸਿੱਧੂ ਸਾਹਿਬ, ਕੇਂਦਰ ਸਰਕਾਰ ਨੇ ਫੌਰੀ ਤੌਰ ਤੇ ਪਹਿਲਾ ਇੱਕ ਫੰਡ ਜਾਰੀ ਕੀਤਾ, ਉਹ ਅਸੈਸਮੈਂਟ ਦਾ ਨਹੀਂ ਕੀਤਾ, ਉਹ ਪਹਿਲੀ ਜਿਹੜੀ ਜ਼ਰੂਰਤ ਹੁੰਦੀ ਉਹ ਭੇਜੀ ਆ, ਉਹ ਇੱਕ ਕਿਸ਼ਤ ਦੇ ਰੂਪ 'ਚ ਭੇਜੀ ਆ। ਅਸੀਂ ਕੇਂਦਰ ਸਰਕਾਰ ਨੂੰ ਵੀ ਇਹ ਲਿਖ ਚੁੱਕੇ ਆ, ਅਸੈਸਮੈਂਟ ਵੀ ਹੋ ਗਈ ਹੋਈ ਆ, ਅੱਗੋਂ ਵੀ ਜਿਹੜੇ ਹੜ੍ਹ ਆ ਰਹੇ ਆ ਉਹਦੀ ਅਸੈਸਮੈਂਟ ਵੀ ਹੋਣੀ ਹੈ। ਅਸੀਂ ਸਾਰੀਆਂ ਚੀਜ਼ਾਂ ਦੇ ਆਪਣਾ ਧਿਆਨ ਰੱਖਾਂਗੇ ਕਿ ਜਿੱਦਾਂ ਬਾਕੀ ਸਟੇਟਾਂ ਨੂੰ ਫੰਡ ਮਿਲੇ, ਅਸੀਂ ਪੰਜਾਬ ਦੇ ਵਿੱਚ ਵੀ, ਅਸੀਂ ਪੰਜਾਬੀ ਆ, ਅਸੀਂ ਆਪਣੇ ਪੰਜਾਬ ਦੀ ਰਾਖੀ ਕਰਨੀ ਹੈ, ਹੱਕਾਂ ਦੀ ਰਾਖੀ ਕਰਨੀ ਹੈ, ਅਸੀਂ ਸਾਰਾ ਕੁਝ ਦਿਆਂਗੇ। ਪਰ ਸਿੱਧੂ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ, ਰੀਪ੍ਰੈਜ਼ੈਂਟੇਸ਼ਨ ਜਿਹੜੀ ਅਗਵਾਈ ਹੁੰਦੀ ਹੈ, ਉਹ ਜਿਹੜੀ ਗਵਰਨਮੈਂਟ ਮੌਜੂਦਾ ਹੁੰਦੀ ਉਹਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਜੇ ਇਹ ਆਪਣੀ ਭੂਮਿਕਾ ਨਹੀਂ ਨਿਭਾਉਣਗੇ, ਇੱਕ ਪਾਸੇ ਕਹਿਣਗੇ ਸਾਨੂੰ ਤਾਂ ਲੋੜ ਹੀ ਨਹੀਂ ਹੈਗੀ, ਤੇ ਫਿਰ ਇਹ ਚੀਜ਼ਾਂ ਦਾ ਅਸਰ ਵੀ ਤਾਂ ਪੈਂਦਾ ਨਾ ਜਦੋਂ ਇਹ ਮੀਟਿੰਗਾਂ 'ਚ ਜਾਂਦੇ ਨੇ। ਬਿਲਕੁਲ ਗੁਰਸ਼ੇਰ ਜੀ, ਆਪਾਂ ਜਿਸ ਮੁੱਦੇ ਤੇ ਗੁਰਸ਼ੇਰ ਜੀ ਗੱਲ ਕਰ ਰਹੇ, ਬੱਬੀ ਬਾਦਲ ਦੋ ਲਾਈਨਾਂ ਦੇ ਸੰਖੇਪ ਦੇ ਵਿੱਚ ਮੈਂ ਚਾਹਾਂਗਾ ਕਿਉਂਕਿ ਬਾਕੀ ਮਹਿਮਾਨ ਵੀ ਇੰਤਜ਼ਾਰ ਕਰ ਰਹੇ ਆ। ਗੁਰਸ਼ੇਰ ਜੀ ਕਹਿ ਰਹੇ ਕਿ ਪੰਜਾਬ ਨੇ ਉਸ ਢੰਗ ਨਾਲ ਨੁਮਾਇੰਦਗੀ ਨਹੀਂ ਕੀਤੀ, ਬਾਕੀ ਸੂਬਿਆਂ ਨੂੰ ਵੀ ਅਸੀਂ ਫਲੱਡ ਦੀ ਕੇਂਦਰ ਵੱਲੋਂ ਜਿਹੜੀ ਰਾਹਤ ਮਿਲੀ ਹੈ, ਤੇ ਇਹਨਾਂ ਨੇ ਤਾਂ 218 ਕਰੋੜ ਜਿਹੜਾ ਪਹਿਲਾਂ ਆਇਆ ਸੀ ਉਹਦੇ 'ਚੋਂ ਜਿਹੜਾ ਹਿੱਸਾ ਦਿੱਤਾ ਹੈ, ਬਾਕੀ ਉਵੇਂ ਦੇ ਉਵੇਂ ਅਜੇ ਕੋਈ ਸੋਲਿਡ ਤੌਰ ਤੇ ਜ਼ਮੀਨੀ ਹਕੀਕਤ ਦੇ ਉੱਤੇ ਕੋਈ ਨਜ਼ਰ ਨਹੀਂ ਆ ਰਿਹਾ। ਸਿੱਧੂ ਸਾਹਿਬ, ਅਸਲ ਦੇ ਵਿੱਚ ਗੱਲ ਇਹ ਹੈ, ਝੂਠਾ ਪਿਆਰ ਮਤੇਈ ਦਾ, ਮੂੰਹ ਚੁੰਮੇ ਟੁੱਕ ਨਾ ਦੇਈ ਦਾ। ਜਿਹੜੀ ਮਤਰੇਈ ਮਾਂ ਹੁੰਦੀ ਹੈ ਉਹ
ਜਿੰਨਾ ਮਰਜ਼ੀ ਲੋਕ ਦਿਖਾਵਾ ਕਰ ਲੇ, ਪਰ ਰੋਟੀ ਦੇਣ ਵੇਲੇ ਉਹ ਬੇਈਮਾਨੀ ਕਰਦੀ ਹੈ ਆਪਣੇ ਮਤਰੇਈ ਬੱਚਿਆਂ ਨਾਲ। ਜੀ ਸਾਨੂੰ ਮਤਰੇਆ ਸਮਝਿਆ ਜਾ ਰਿਹਾ ਹੈ ਪੰਜਾਬ ਨੂੰ। ਮੈਂ ਇੱਕੋ ਬੇਨਤੀ ਕਰਦਾ, ਮੁੱਖ ਮੰਤਰੀ ਜੀ ਨੇ ਇਹ ਨਹੀਂ ਕਿਹਾ ਕਿ ਸਾਨੂੰ ਕੇਂਦਰ ਦੀ ਮਦਦ ਨਹੀਂ ਚਾਹੀਦੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬੀ ਭੀਖ ਨਹੀਂ ਮੰਗਦਾ, ਪੰਜਾਬੀ ਆਪਣਾ ਹੱਕ ਮੰਗਦਾ ਹੈ। ਨੰਬਰ 2 ਦੀ ਉਹਨਾਂ ਨੇ ਕਿਹਾ ਕਿਉਂ ਮੰਗੀਏ ਜੀ, ਸਾਡੇ ਕੋਲੇ ਹੈਗਾ, ਮਤਲਬ ਕੁਦਰਤੀ ਆਪਦਾ ਫੰਡ ਪਿਆ ਹੈ, ਕੇਂਦਰ ਦੀ ਪਰਮਿਸ਼ਨ ਬਿਨਾਂ ਵਰਤ ਨਹੀਂ ਸਕਦੇ, ਮਾਪਦੰਡਾਂ ਦੇ ਵਿੱਚ ਰਹਿ ਕੇ ਹੀ ਚੱਲਣਾ ਪੈਣਾ ਹੈ। ਜਿਹੜੇ ਕੇਂਦਰ ਦੀ ਪਾਲਿਸੀ ਬਣਾਈ ਹੋਈ ਹੈ ਉਹਦੇ ਪਾਲਿਸੀ ਦੇ ਅੰਦਰ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਕਿ ਸਾਨੂੰ ਮੁਆਵਜ਼ਾ ਡਬਲ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਕੇਂਦਰ 4 ਲੱਖ ਇੱਕ ਬੰਦੇ ਜਿਨ੍ਹਾਂ ਦੀ ਜਾਨ ਚਲੀ ਗਈ, ਅਸੀਂ ਕਿਹਾ 4 ਤੋਂ ਵਧਾ ਕੇ 8 ਕੀਤਾ ਜਾਵੇ, 1 ਏਕੜ ਦਾ 17 ਚੋਂ 34 ਕੀਤਾ ਜਾਵੇ, ਪਸ਼ੂਆਂ ਦਾ ਡਬਲ ਕੀਤਾ ਜਾਵੇ। ਸੋ ਇਹ ਸਾਰੀਆਂ ਗੱਲਾਂ ਅਸੀਂ ਕੀਤੀਆਂ। ਲੇਕਿਨ ਮੈਂ ਫਿਰ ਇੱਕ ਬੇਨਤੀ ਕਰਦਾ ਕਿ ਦੇਖੋ ਮੈਨੂੰ ਕਿਤੇ ਨਾ ਕਿਤੇ ਰਾਜਨੀਤੀ ਦੀ ਬੋ ਆ ਰਹੀ ਹੈ ਸਿੱਧੂ ਸਾਹਿਬ, ਕਿਉਂ ਕਰਕੇ ਪੰਜਾਬ ਭਾਜਪਾ ਦਾ ਵਫਦ ਜਾਣ ਦੀ ਉਡੀਕ ਮਹੂਰਤ ਕਢਾ ਰਹੇ ਆ। ਲੋਕ ਇੱਥੇ ਸੜਕਾਂ ਤੇ ਆਏ ਪਏ ਆ, ਬੁਰਾ ਹਾਲ ਹੋਇਆ ਪਿਆ। ਅਸੀਂ ਆਪਣਾ ਰੋਲ ਨਿਭਾ ਰਹੇ ਹਾਂ, ਲੇਕਿਨ ਪੰਜਾਬ ਭਾਜਪਾ ਦਾ ਵਫਦ ਜਾਊਗਾ। ਇਹਨਾਂ ਨੇ ਕਿਹਾ ਹੋਇਆ ਕੇਂਦਰ ਨੂੰ ਕਿ ਸਾਡੇ ਸੁਨੀਲ ਜਾਖੜ ਜੀ ਜਦੋਂ ਵਫਦ ਲੈ ਕੇ ਜਾਣਗੇ ਉਦੋਂ ਬਾਅਦ ਹੀ ਤੁਸੀਂ ਅਨਾਉਂਸ ਕਰਿਓ। ਇਹਦੇ ਤੋਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਆ। ਸੋ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਪੰਜਾਬੀਆਂ ਦੇ ਨਾਲ ਆਪਾਂ ਨੂੰ ਵਫਾਦਾਰੀ ਨਾਲ ਨਿਭਣਾ ਚਾਹੀਦਾ। ਅੱਜ ਲੋੜ ਹੈ ਪੰਜਾਬ ਨੂੰ। ਗੁਰਸੇਵਕ ਤੁਸੀਂ ਆਪਣੀ ਗੱਲ ਦਾ ਜਵਾਬ ਜ਼ਰੂਰ ਦਿਓ, ਕਿਉਂਕਿ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਜਵਾਬ ਲੈਣੇ ਆ ਸੰਖੇਪ ਦੇ ਵਿੱਚ। ਬੱਬੀ ਜੀ ਨੇ ਕਿਹਾ ਚਰਾਹੇ 'ਚ ਸਰਕਾਰ ਮਰ ਜਾਊਗੀ ਪਰ ਕੰਮ ਕਰੂਗੀ। ਕਿੰਨਾ ਆਪਾਂ ਝੂਠ ਬੋਲਾਂਗੇ। ਦੇਖੋ ਮੈਂ ਕਿਸਾਨ ਆਗੂ ਦੀ ਡੱਲੇਵਾਲ ਸਾਹਿਬ ਦੇ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਇਸ ਤੋਂ ਜ਼ਾਲਿਮ ਮੁੱਖ ਮੰਤਰੀ ਨਹੀਂ ਕੋਈ ਹੋਇਆ। ਜੇ ਕਹਿੰਦੇ ਹੁਣ ਡੱਲੇਵਾਲ ਸਾਹਿਬ ਕਹਿੰਦੇ ਸਲਫਾਸ ਦੀਆਂ ਗੋਲੀਆਂ ਦੇ ਦਿਓ ਮਰ ਜਾਂਦੇ ਆ। ਇਹ ਇੰਨੇ ਬਿਆਨ, ਸਖਤ ਬਿਆਨ ਕਿਉਂ ਦੇਣੇ ਪੈ ਰਹੇ ਆ? ਇਹਨਾਂ ਦੀ ਕਾਰਜਕਾਰੀ ਹੈ, ਇਹਨਾਂ ਦਾ ਜੋ ਰਿਜ਼ਲਟ ਆ ਉਹ ਦਿਖ ਰਿਹਾ, ਦੱਸਣ ਦੀ ਲੋੜ ਥੋੜਾ। ਇਹ ਤਾਂ ਕਹਿੰਦੇ ਸੀ ਬਾਹਰਲੀ ਯੂਨੀਵਰਸਿਟੀਆਂ ਤੋਂ ਅਸੀਂ ਲੈ ਕੇ ਤੇ ਬੜਾ ਕੰਮ ਕਰਦਾ ਕਿ ਕਿਸਾਨਾਂ ਨੂੰ ਜ਼ਰੂਰਤ ਹੀ ਨਹੀਂ ਪਏਗੀ। ਇਹ ਸਿਰਫ ਬਿਆਨਬਾਜ਼ੀਆਂ ਅਖਬਾਰਾਂ 'ਚ, ਟੀਵੀਆਂ ਚੈਨਲਾਂ 'ਚ ਲੋਕ ਜੋ ਦੇਖ ਰਹੇ ਇਹਨਾਂ ਨੂੰ। ਜੋ ਬੱਬੀ ਬਾਦਲ ਉਹਨਾਂ ਨੇ ਕਿਹਾ ਉਸ ਗੱਲ ਦਾ ਜਵਾਬ ਜ਼ਰੂਰ ਦਿਓ। ਕਹਿੰਦੇ ਕਿ ਦੇਖ ਰਹੇ ਹੈ ਕਿ ਜਾਖੜ ਸਾਹਿਬ ਜਾ ਕੇ ਜਿਹੜਾ ਵਫਦ ਲੈ ਕੇ ਜਾਣਗੇ ਫੇਰ ਫੰਡ ਜਾਰੀ ਹੋਣਗੇ। ਇਹਨਾਂ ਨੂੰ ਨਾ ਸ਼ਾਇਦ ਪਤਾ ਨਹੀਂ ਹੈਗਾ, ਉਹ ਆਪਣੀ ਗੱਲ ਰੱਖ ਚੁੱਕੇ ਆ, ਪੰਜਾਬ ਸੂਬੇ ਦੀ ਮਿਲ ਚੁੱਕੇ ਆ, ਐਚਐਮ ਸਾਹਿਬ ਨੂੰ ਵੀ ਮਿਲ ਚੁੱਕਿਆ, ਕਿਸਾਨ ਮੰਤਰੀ ਸਾਹਿਬ ਨੂੰ ਵੀ ਮਿਲ ਚੁੱਕਿਆ, ਪਰ ਇਹਨਾਂ ਨੂੰ ਸ਼ਾਇਦ ਤੁਹਾਡੀ ਗੱਲ ਆ ਗਈ। ਠੀਕ ਹੈ ਗੁਰਸ਼ੇਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਹਰਜੀਤ ਭੁੱਲਰ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਧਰਨੇ ਵੀ ਦੇ ਰਿਹਾ ਔਰ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਿਹਾ। ਹੜ੍ਹਾਂ ਦੀ ਮਦਦ ਤੇ ਰਾਹਤ ਦੇ ਮਾਮਲੇ ਤੇ ਜੋ ਸਥਿਤੀ ਇਸ ਵੇਲੇ ਬਣੀ ਹੈ, ਫੌਰੀ ਮਦਦ ਦੀ ਜ਼ਰੂਰਤ ਹੈ। ਤੁਸੀਂ ਕਿਸਾਨ ਆਗੂ ਨੂੰ ਵੀ ਸੁਣਿਆ, ਕੀ ਕਹੋਗੇ? ਦੇਖੋ ਸਿੱਧੂ ਸਾਹਿਬ, ਮੈਨੂੰ ਟਾਈਮ ਦੇ ਦਿਓ ਤੁਸੀਂ। ਜਿੱਦਣ ਪਹਿਲੀ ਰਾਤ ਹੜ੍ਹ ਸੀ ਆਏ ਔਰ ਪੰਜਾਬ ਡੁੱਬਣਾ ਸ਼ੁਰੂ ਹੋਇਆ ਸੀ, ਉਦੋਂ ਸਾਡੇ ਮੁੱਖ ਮੰਤਰੀ ਸਾਹਿਬ ਢੋਲ ਢਮੱਕਾ ਵਜਾ ਰਹੇ ਸੀ ਆ ਚੰਡੀਗੜ੍ਹ ਕਲੱਬ ਦੇ ਵਿੱਚ, ਆਪਣੀ ਸਾਲਗਿਰਾ ਮਨਾ ਰਹੇ ਸੀ। ਦੂਜੇ ਦਿਨ ਹੜ੍ਹਾਂ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਹਰਿਆਣੇ ਦੇ ਵਿੱਚ ਜਾ ਕੇ ਤੇ ਵੋਟਾਂ ਮੰਗ ਰਹੇ ਸੀਗੇ, ਲੈਕਚਰਬਾਜ਼ੀ ਕਰ ਰਹੇ ਸੀਗੇ। ਤੀਜੇ ਦਿਨ ਲੋਕਾਂ ਦਾ ਮਾਲ ਡੰਗਰ ਵੀ ਰੁੜ ਗਿਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਦੀ ਚੱਕਰੀ ਕਰਦੇ ਹੋਏ ਜਹਾਜ਼ 'ਚ ਚੱਕ ਕੇ ਉਹਨਾਂ ਨੂੰ ਸਾਊਥ 'ਚ ਘੁਮਾ ਰਹੇ ਸੀ। ਪੰਜਾਬ ਵੱਲ ਤੇ ਧਿਆਨ ਦਿੱਤਾ ਹੀ ਨਹੀਂ। ਔਰ ਮੈਂ ਕਹਿੰਦਾ ਇੰਨਾ ਮੰਦਭਾਗਾ ਹੈ, ਸਾਡੇ ਕਿਸਾਨ ਆਗੂ ਸਮਝ ਨਹੀਂ ਪਾਏ ਅਜੇ ਤੱਕ 1.5 ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਿਆਸਤ ਨੂੰ। ਉਹ ਇੱਕ ਦਿਨ ਬੁਲਾ ਕੇ ਤੇ ਇਹਨਾਂ ਨੂੰ ਸਮੋਸੇ ਤੇ ਉੱਥੇ ਉਹ ਬੇਸਨ ਦੀ ਬਰਫੀ ਤੇ ਚਾਹ ਪਿਆ ਦਿੰਦੇ ਆ ਤੇ ਦੂਜੇ ਦਿਨ ਡਾਂਗਾ ਭਰਾ ਦਿੰਦੇ ਇਹਨਾਂ ਤੇ। ਔਰ ਜਿਹੜਾ ਅੱਜ ਪੈਸਾ ਰਿਲੀਜ਼ ਕੀਤਾ ਗਿਆ ਸੈਂਟਰ ਸਰਕਾਰ ਵੱਲੋਂ ਭੇਜੇ ਪੈਸੇ ਦੇ ਵਿੱਚੋਂ ਦੀ, ਉਸ ਤੋਂ ਪਹਿਲਾਂ ਵੀ 33 ਕਰੋੜ ਰੁਪਇਆ ਰਿਲੀਜ਼ ਕੀਤਾ ਗਿਆ ਸੀ, ਜਿਹੜਾ ਕਿਸ ਕੰਮ ਆਇਆ? ਕਿਸਾਨਾਂ ਦੇ ਕੰਮ ਨਹੀਂ ਆਇਆ। ਕੋਈ ਮੁਰਗੀਆਂ ਦਾ ਜਾਂ ਬੱਕਰੀਆਂ ਦਾ ਮੁਆਵਜ਼ਾ ਦੇਣ ਦੇ ਕੰਮ ਨਹੀਂ ਆਇਆ। ਉਹ ਆਇਆ ਗਿੱਟਿਆਂ ਤੱਕ ਲਿਬੜਿਆ ਹੋਇਆ ਪਜਾਮਾ ਜਿਹੜਾ ਸੀਗਾ ਉਹ ਵਿਖਾਉਣ ਵਾਸਤੇ, ਇਸ਼ਤਿਹਾਰਬਾਜ਼ੀ ਕਰਨ ਵਾਸਤੇ, ਅਦਰ ਸਟੇਟਾਂ ਦੇ ਵਿੱਚ ਜਿਹੜੀਆਂ ਸੀਗੀਆਂ ਉੱਥੇ ਇਸ਼ਤਿਹਾਰਬਾਜ਼ੀ ਕਰਨ ਵਾਸਤੇ ਕੰਮ ਆਇਆ। ਆਹ ਵੀ ਜਿਹੜਾ 186 ਕਰੋੜ ਦੀ ਗੱਲ ਕਰਦੇ ਆ, ਇਹ ਵੀ ਉਸੇ ਕੰਮ ਆਉਣਾ ਹੈ, ਕਿਉਂਕਿ 5 ਸਟੇਟਾਂ ਦੀ ਅੱਗੇ ਇਲੈਕਸ਼ਨ ਆ ਰਹੀ ਹੈ ਤੇ ਹੁਣ ਉੱਥੇ ਉਹ ਜਿਹੜਾ ਲਿਬੜਿਆ ਪਜਾਮਾ ਉਹਨਾਂ ਨੇ ਦਿਖਾਉਣਾ ਹੈ। ਇੱਕ ਉਹ ਟੀਚਰ ਨੂੰ ਜੱਫੀ ਪਾਉਂਦੇ ਹੋਏ ਵੀ ਦਿਖਾਉਣਾ ਵੀ ਮੈਂ ਨੌਕਰੀਆਂ ਦੇਤੀਆਂ। ਉਹ ਇਸ਼ਤਿਹਾਰਬਾਜ਼ੀ ਜਿਹੜੀ ਹੈ ਤੁਹਾਡੇ ਚੈਨਲਾਂ ਦੇ ਵਿੱਚ ਵੀ ਤੇ ਹੋਰਨਾਂ ਥਾਵਾਂ 'ਤੇ ਵੀ, ਜਿਹੜੇ ਬਾਹਰਲੇ ਚੈਨਲ ਨੇ, ਕੋਈ ਗੁਜਰਾਤੀ ਹੈ, ਕੋਈ ਮਰਾਠੀ ਹੈ, ਕੋਈ ਹੋਰ ਹੈ, ਉਹਨਾਂ 'ਚ ਦਿਖਾਉਣ ਵਾਸਤੇ ਉਹ ਕੰਮ ਆਉਣਾ ਹੈ। ਕੋਈ ਪਿੰਡਾਂ ਤੱਕ ਨਹੀਂ ਪਹੁੰਚਣਾ, ਕੋਈ ਡੀਸੀਆਂ ਨੂੰ ਕੋਈ ਪੈਸਾ ਨਹੀਂ ਪਹੁੰਚਣਾ ਹੁੰਦਾ ਜੀ। ਹਾਲਾਤ ਇਹ ਨੇ ਪੰਜਾਬ ਦੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਾਂਦੇ ਆ ਟੂਰਿਜ਼ਮ ਕਰਕੇ, ਉਸ ਤੋਂ ਬਾਅਦ 'ਚ ਕੇਜਰੀਵਾਲ ਨੂੰ ਲੈ ਕੇ ਤੇ ਕਿਸੇ ਹੋਰ ਸਟੇਟ 'ਚ ਪਹੁੰਚ ਜਾਂਦੇ ਆ। ਜੇ ਉਹਨਾਂ ਨਾਲ ਪੈਸੇ ਦੀ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ, ਇਹਨਾਂ ਨੂੰ ਪੁੱਛਣ ਵਾਲਾ ਹੋਏ ਕੋਈ ਗੁਲਾਬੀ ਸੁੰਡੀ ਦਾ ਮੁਆਵਜ਼ਾ ਦੇਤਾ ਜਿਹੜਾ ਅਨਾਉਂਸ ਕਰਕੇ ਆਏ ਸੀਗੇ, ਬੈਠੇ ਨੇ ਕਿਸਾਨ ਆਗੂ ਦੱਸ ਦੇਣਗੇ ਮਿਲਿਆ ਕਿ ਨਹੀਂ ਮਿਲਿਆ। ਜਿਹੜੇ ਗੜੇਮਾਰ ਹੋ ਕੇ ਕਣਕ ਮਾਰੀ ਗਈ ਸੀਗੀ, ਕੀ ਉਹ ਗੜੇਮਾਰ ਦਾ ਪੈਸਾ ਮਿਲ ਗਿਆ ਕਿਸਾਨ ਆਗੂਆਂ ਨੂੰ? ਕੀ ਜਿਹੜਾ ਪਿਛਲੀ ਵਾਰੀ ਝੋਨਾ ਖਰਾਬ ਹੋਇਆ ਸੀ ਉਹ ਮਿਲ ਗਿਆ?
ਕਿ ਮੂੰਗੀ ਦੀ ਜਿਹੜੀ ਐਮਐਸਪੀ ਸੀ ਉਹ ਦੇਤੀ ਹੈ ਮੁੱਖ ਮੰਤਰੀ ਸਾਹਿਬ ਨੇ ਜੀ ਕਿ ਆ ਹੜ ਤੇ ਆ ਤੀਜੀ ਵਾਰੀਆਂ ਆ ਗਏ ਆ 2 ਮਹੀਨਿਆਂ ਦੇ ਵਿੱਚ ਕਿ ਜਿਹੜਾ ਪਹਿਲੀ ਵਾਰੀ ਉਹ ਮੁਰਗੀ ਦੇ ਤੇ ਜਿਹੜੇ ਬੱਕਰੀਆਂ ਦੇ ਦੇਣਾ ਸੀ ਉਹਨਾਂ ਨੇ ਮੁਆਵਜ਼ਾ ਕਿ ਉਹ ਦੇਤਾ ਹੈ ਲੋਕਾਂ ਨੂੰ, ਉਹ ਪਹੁੰਚ ਗਿਆ ਲੋਕਾਂ ਤੱਕ। ਕਿਤੇ ਕੋਈ ਚੀਜ਼ ਨਹੀਂ, ਪੈਸਾ ਸਿਰਫ ਲੈ ਕੇ ਉਹਨੂੰ ਮਿਸ ਯੂਟਿਲਾਈਜ਼ ਕੀਤਾ ਜਾ ਰਿਹਾ ਆਪਣੀ ਇਸ਼ਤਿਹਾਰਬਾਜ਼ੀ ਕਰਨ ਵਾਸਤੇ। ਹਰ ਇੱਕ ਮਿੰਟ ਗੱਲ ਪੂਰੀ ਹੋਣ ਦਿਓ, ਤੁਸੀਂ ਬਾਰ-ਬਾਰ ਇੱਧਰ ਉੱਧਰ ਟਾਈਮ ਦਿੱਤਾ, ਮੇਰੀ ਵੀ ਗੱਲ ਪੂਰੀ ਹੋਣ ਦਿਓ ਹੁਣ। ਜੀ ਸਿਰਫ ਔਰ ਸਿਰਫ ਜਿਹੜੇ ਬਿਜਲੀ ਦੇ ਖੰਭੇ ਸਾਰੇ ਸੜਕਾਂ ਉੱਤੇ ਲੱਗੇ ਹੋਏ ਆ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਇਸ਼ਤਿਹਾਰ ਲੱਗਣਾ ਚਾਹੀਦਾ ਹਰ 15 ਦਿਨਾਂ ਬਾਅਦ। ਕੋਈ ਨਵੀਂ ਗੱਲ ਜੀ ਛੇੜ ਕੇ ਤੇ ਉੱਥੇ ਇਸ਼ਤਿਹਾਰ ਲਾ ਲੈਣਾ। ਹੁਣ ਜਿਹੜਾ 186-84 ਕਰੋੜ ਦੀ ਗੱਲ ਕਰਦੇ ਆ, ਤੁਸੀਂ ਕੱਲ ਤੋਂ ਵੇਖ ਲਿਓ 100 ਕਰੋੜ ਦੇ ਇਸ਼ਤਿਹਾਰ ਲੱਗ ਜਾਣੇ ਸਾਰੀ ਸੜਕਾਂ ਦੇ ਉੱਤੇ। ਸਿਰਫ ਆਹੀ ਕੰਮ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਔਰ ਇਹ ਦਿੱਤਾ ਗਿਆ ਕਿਉਂ? ਜਿਹੜੇ ਕਿਸਾਨਾਂ ਦੀਆਂ ਡਾਂਗਾਂ ਮਾਰ ਕੇ ਲੋਥਾਂ ਵਿਛਾਤੀਆਂ ਇਹਨਾਂ ਨੇ, ਉਹਨਾਂ ਨੂੰ ਪੜਾਉਣ ਵਾਸਤੇ, ਇਹ ਕਿਸਾਨਾਂ ਦਾ ਮੂੰਹ ਬੰਦ ਕਰਨ ਵਾਸਤੇ ਵੀ 186 ਕਰੋੜ ਰੁਪਇਆ ਦੇਤਾ। ਦੇਖੋ ਅਸੀਂ ਕਿਸਾਨਾਂ ਦਾ ਭਲਾ ਕਰਨ ਲੱਗੇ ਆ, ਕਿਉਂਕਿ ਕਿਸਾਨ ਬੋਲਣ ਨਾ, ਕਿਸਾਨ ਬੋਲਣਗੇ ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਪਈਆਂ ਨੇ, ਉਹ ਲਾਸ਼ਾਂ ਬੋਲਣਗੀਆਂ ਔਰ ਮੁੱਖ ਮੰਤਰੀ ਨੂੰ ਪੁੱਛਣਗੀਆਂ, ਕਿਉਂਕਿ ਮੁੱਖ ਮੰਤਰੀ ਅੱਜ ਬੁੱਚੜ ਬਣ ਚੁੱਕਿਆ, ਕਾਤਲ ਬਣ ਚੁੱਕਿਆ ਹੈ ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਨੌਜਵਾਨੀ ਦਾ ਜਿਹੜੀ ਡਰੱਗਸ ਨਾਲ ਮਰ ਰਹੀ ਹੈ। ਔਰ ਸਿਰਫ ਝੂਠ ਔਰ ਝੂਠ ਤੋਂ ਸਿਵਾਏ, ਇਸ਼ਤਿਹਾਰੀਬਾਜ਼ੀ ਤੋਂ ਸਿਵਾਏ ਕੋਈ ਕੰਮ ਨਹੀਂ ਇਸ ਮੁੱਖ ਮੰਤਰੀ ਨੂੰ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਣੇਗਾ ਬੱਬੀਵਾਲ, ਤੁਸੀਂ ਜਵਾਬ ਜ਼ਰੂਰ ਦਿਓ। ਮੇਰੀ ਰਿਕੁਐਸਟ ਹੈਗੀ ਕਿ ਆਪਾਂ ਕਿਸਾਨ ਆਗੂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ, ਆਪਾਂ ਉਹਨਾਂ ਦਾ ਵਿਊ ਪੁਆਇੰਟ ਵੀ ਲੈ ਲਈਏ, ਸ਼ਾਇਦ ਇਕੱਠਾ ਤੁਹਾਨੂੰ ਜਵਾਬ ਦੇਣਾ ਸੌਖਾ ਰਹੇਗਾ। ਰਵਿੰਦਰ ਜੀ, ਇਸ ਮਾਮਲੇ 'ਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਪੋਲੀਟੀਕਲ ਪਾਰਟੀਆਂ ਦੇ ਆਗੂ, ਸਪੋਕਸਪਰਸਨ, ਉਹਨਾਂ ਦੀ ਗੱਲ ਵੀ ਸੁਣੀ ਹੈ। ਕਿਸਾਨ ਨਾਲੋਂ ਵੱਧ ਜ਼ਮੀਨੀ ਹਕੀਕਤਾਂ ਨੂੰ ਕੌਣ ਜਾਣਦਾ, ਚਾਹੇ ਕੇਂਦਰ ਸਰਕਾਰ ਦੀ ਗੱਲ ਹੈ, ਪੰਜਾਬ ਸਰਕਾਰ ਦੀ ਗੱਲ ਹੈ। ਇਹ ਸਥਿਤੀ ਨੂੰ ਕਿਵੇਂ ਦੇਖਦੇ ਹੋ ਜੋ ਪੰਜਾਬ ਜਾਂ ਪੰਜਾਬ ਦਾ ਕਿਸਾਨ ਇਸ ਵੇਲੇ ਚੱਲ ਰਿਹਾ ਹੈ? ਜੀ ਰਵਿੰਦਰ ਜੀ। ਸਿੱਧੂ ਸਾਹਿਬ, 2-3 ਗੱਲਾਂ ਚਾਰ ਕਹਿਣੀਆਂ ਚਾਹੁੰਦਾ। ਪਹਿਲੀ ਗੱਲ, ਮੁਆਵਜ਼ੇ ਦੇ ਨਾਂ ਤੇ ਸਾਡੇ ਕਿਸਾਨ ਦੀ ਲਾਸ਼ ਮਿਲੀ, ਪੰਜਾਬ ਸਰਕਾਰ ਨੇ ਸਾਨੂੰ ਸਾਡੇ ਕਿਸਾਨ ਦੀ ਲਾਸ਼ ਮੁਆਵਜ਼ੇ ਦਿੱਤੀ ਹੈ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਹਾਲੇ ਤੱਕ ਸੈਂਟਰ ਤੇ ਪੰਜਾਬ ਸਰਕਾਰ ਦੀ ਇੱਕ ਦੂਜੇ ਦੇ ਬਾਰਗੇਨ ਦੀ ਚੱਲ ਰਹੀ ਹੈ। ਕੁਝ ਹੱਦ ਤੱਕ ਇਹ ਗੱਲ, ਬਹੁਤ ਹੱਦ ਤੱਕ ਮੈਂ ਕਹਿੰਦਾ ਕੁਝ ਨਹੀਂ, ਬਹੁਤ ਹੱਦ ਤੱਕ ਸਹੀ ਹੈ ਕਿ GST ਨੂੰ ਜਿਸ ਤਰ੍ਹਾਂ ਸੈਂਟਰਲਾਈਜ਼ ਕਰਕੇ ਸਾਰਾ ਫੰਡ ਸੈਂਟਰ ਨੇ ਆਪਣੇ ਕੰਟਰੋਲ ਕਰ ਲਿਆ ਇਕਨੋਮਿਕ ਸੋਰਸ ਨੂੰ, ਇਹਦਾ ਨੁਕਸਾਨ ਕਿਤੇ ਨਾ ਕਿਤੇ ਸੂਬੇ ਸਹਿ ਰਹੇ। ਪਰ ਜਿਹੜਾ ਘੱਟੋ ਘੱਟ ਇਹਦੇ ਤੇ ਕੰਪਨਸੇਸ਼ਨ ਦੇਣ ਦਾ ਸਵਾਲ ਸੀ, ਇਹਨੂੰ ਕੁਦਰਤੀ ਆਪ, ਕੌਮੀ ਕੁਦਰਤੀ ਆਪ ਕਲੀਅਰ ਕਰਨਾ ਚਾਹੀਦਾ ਔਰ ਉਹਨੂੰ ਪੰਜਾਬ ਨੂੰ ਗੱਡੀ ਪੱਤਰ ਤੇ ਰਾਹਤ ਦੇਣਾ ਚਾਹੀਦਾ। ਅਸੀਂ 32 ਜਥੇਬੰਦੀਆਂ ਨੇ 19 ਅਗਸਤ ਨੂੰ ਭਾਜਪਾ ਦੇ ਤੇ ਆਪ ਦੇ ਦੋਵਾਂ ਦੇ MLA MP ਤੇ ਮਿਨਿਸਟਰਾਂ ਨੂੰ ਮੰਗ ਪੱਤਰ ਦਿੱਤੇ, ਪੰਜਾਬ ਕਾਬਨੀ ਪੱਤਰ ਭੇਜ ਕੇ ਕਿ 10,000 ਕਰੋੜ ਰੁਪਇਆ ਘੱਟੋ ਘੱਟ ਪੰਜਾਬ ਨੂੰ ਰਾਹਤ ਕਰਕੇ ਚਾਹੀਦਾ ਜਿਹੜਾ ਨੁਕਸਾਨ ਹੋ ਗਿਆ। ਜੋ ਮੁਆਵਜ਼ਾ ਪੰਜਾਬ ਸਰਕਾਰ ਨੇ ਡਿਕਲੇਅਰ ਕੀਤਾ ਕਿ 15,000 ਏਕੜ ਦੇਵਾਂਗੇ, ਉਹ ਕਦੋਂ ਮਿਲਣਾ ਕਦੋਂ ਨਹੀਂ, ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਕਿ ਸਾਨੂੰ ਲਾਸ਼ ਮਿਲ ਗਿਆ। ਪਰ 15,000 ਏਕੜ ਮੁਆਵਜ਼ਾ ਕੁਝ ਵੀ ਨਹੀਂ, ਕਿਉਂਕਿ ਮੁਆਵਜ਼ਾ ਤੈਅ ਕਰਨ ਦੇ ਜਿਹੜੇ ਨੋਰਮ ਨੇ ਉਹ ਬਲਾਕ ਦੇ ਇੱਕ ਵੱਡੇ ਇਲਾਕੇ ਤੇ ਕੀਤੇ ਜਾਂਦੇ ਨੇ। ਸਾਡੀ ਮੰਗ ਹੈ ਕਿ ਘੱਟੋ ਘੱਟ ਪਿੰਡ ਤੋਂ ਏਕੜ ਦੇ ਮੁਆਵਜ਼ਾ ਤੈਅ ਕੀਤਾ ਜਾਵੇ, ਉਸ ਨਾਲ ਸਹੀ ਮੁਆਵਜ਼ਾ ਜਿਹੜਾ ਮਿਲੂਗਾ, ਜਿਹੜਾ ਨੁਕਸਾਨ ਮੁਆਵਜ਼ਾ ਤੈਅ ਕਰਨ ਦੇ ਬਹੁਤ ਹੀ, ਜਿਹਨੂੰ ਕਹਿੰਦੇ ਕਿ ਇਸ ਟਾਈਮ ਹੁਕਮੀਆਂ ਹੀ ਨਹੀਂ ਹੈਗੀਆਂ, ਉਸ ਨੁਕਸਾਨ ਨੂੰ ਪੂਰਾ ਹੀ ਨਹੀਂ ਕਰਦੀਆਂ। ਤੇ ਨੁਕਸਾਨ ਛੱਡੋ, ਜਿਨ੍ਹਾਂ ਲੋਕਾਂ ਨੂੰ ਮੈਂ ਇੱਕ ਨੀਤੀ ਦਾ ਇੱਕ ਬਿਆਨ ਸੁਣਦਾ ਸੀ ਕਿ ਜਿਨ੍ਹਾਂ ਲੋਕਾਂ ਦਾ ਘਾਟਾ ਹੋ ਗਿਆ ਉਹਨੂੰ ਮੁਆਵਜ਼ੇ ਨੂੰ 3 ਵਾਰ ਮਿਲਣਾ। ਮੈਂ ਸਵਾਲ ਕਰਦਾ ਆਪਦੇ ਸਾਡੇ ਬੁਲਾਏ ਬਾਦਲ ਸਾਹਿਬ ਨੂੰ ਕਿ ਉਹ ਦੱਸਣ ਕਿ ਕੇਜਰੀਵਾਲ ਦੇ ਬੰਗਲੇ 'ਚ ਤਾਂ ਕਰੋੜਾਂ ਦਾ ਪੈਸਾ ਇਹਨੇ ਪਾਊਗਾ। ਆਪਾਂ ਜਵਾਬ ਲੈਣੇ ਆ। ਆਵਾਜ਼ ਨਹੀਂ ਕਲੀਅਰ ਆ ਰਹੀ ਤੁਹਾਡੀ। ਇਹ ਸਮਝਦੇ ਮੇਰੀ ਗੱਲ ਪੂਰੀ ਹੋ ਜਾਣ ਤੋਂ ਬਾਅਦ ਇੱਕੋ ਨਿਬੇੜ ਦੇਣੀ ਹੁੰਦਾ ਹੈ ਕਿ ਜਿੱਥੇ ਹਾਲਤ ਇਹ ਆ ਹੁਣ ਕਿ ਕਿਸਾਨ ਦੀ ਕਣਕ ਵੀ ਨਹੀਂ ਹੋਣੀ, ਇਹ ਲਾਲੇ ਪਏ ਹੋਏ ਨੇ, ਉੱਥੇ ਮੁਆਵਜ਼ਾ ਘੱਟੋ ਘੱਟ 1 ਲੱਖ ਰੁਪਈਆ ਪ੍ਰਤੀ ਏਕੜ ਚਾਹੀਦਾ। ਜਿੱਥੇ ਕਿਸਾਨ ਨੇ ਝੋਨਾ ਲਾ ਕੇ ਫੇਰ ਤਬਾਹ ਹੋ ਗਿਆ, ਮੁੜ ਗਿਆ, ਉੱਥੇ 30,000 ਰੁਪਏ ਘੱਟੋ ਘੱਟ ਚਾਹੀਦਾ ਤਾਂ ਗੱਡੀ ਰੁੜਦੀ ਹੈ, ਤਾਂ ਗੱਡੀ ਚੱਲਦੀ। ਜਿੰਨਾ ਖੇਤਾਂ 'ਚ ਮਿੱਟੀ ਪੈ ਗਈ, ਭਰਤੀ ਗਾਰ ਨਾਲ ਰੇਤਾ ਚੜ ਗਿਆ, ਨਿਯਮਾਂ ਛੋਟ ਦੇਤੀ, ਪਰ ਵਿਸ਼ੇਸ਼ ਪੈਕੇਜ ਚਾਹੀਦਾ। ਜਿਨ੍ਹਾਂ ਦੇ ਬੋਰ ਖੜ ਗਏ 2-2.5 ਲੱਖ ਰੁਪਏ ਕਿਸਾਨ ਨੂੰ ਦੇਣਾ ਪੈ ਜਾਏ, ਉਹ 5 ਸਾਲ ਥੋੜਾ ਕਰਜ਼ਾ ਤਾਂ ਅੱਗੇ ਇਹਨਾਂ ਉੱਪਰ ਹੈ ਸਾਡੇ। ਇਸ ਕਰਕੇ ਇਹ ਮੁਆਵਜ਼ੇ ਦਾ ਮਾਮਲਾ ਵੀ ਬਹੁਤ ਹੋ ਗਿਆ। ਸਰਕਾਰ ਨੂੰ ਇਸ ਮਾਮਲੇ 'ਚ ਸ਼ਰਤਾਂ ਵੀ ਨਰਮ ਕਰਨੀਆਂ ਚਾਹੀਦੀਆਂ, ਸੈਂਟਰ ਨੂੰ ਪੈਕੇਜ ਵੀ ਦੇਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਜ਼ਮੀਨ ਤੇ ਕੀ ਪਹੁੰਚਾਉਣਾ ਚਾਹੀਦਾ ਹੈ।
ਛੋਟੇ ਸ਼ੰਕਰ ਨਹੀਂ ਕਹਿੰਦੇ, ਗਰਦੌਰੀ ਵਿਸ਼ੇਸ਼ ਗਰਦੌਰੀ ਕਹਿੰਦੇ ਚੰਗਾ ਰਸਤਾ ਖੋਜੂ। ਗਰਦੌਰੀ ਤੇ ਕਰਨ ਨਹੀਂ ਆਇਆ ਕੋਈ ਕਿੱਤਾ, ਤੁਸੀਂ ਇੱਥੇ ਮਿਸਟਰ ਨੂੰ ਕਿਹਾ ਹੈ ਕਿ ਤੁਹਾਡਾ ਕੋਈ ਅਧਿਕਾਰੀ ਖਬਰ ਨਹੀਂ ਆਉਂਦਾ। ਜੀ ਤੁਹਾਡੀ ਰਮਿੰਦਰ ਜੀ ਗੱਲ ਆ ਗਈ, ਥੈਂਕ ਯੂ ਵੈਰੀ ਮਚ। ਤੁਸੀਂ ਬਣੇ ਰਹੋ ਇਸ ਮੁੱਦੇ ਤੇ, ਆਪਾਂ ਫਿਰ ਵੀ ਸਮੇਂ ਦੇ ਲਿਹਾਜ਼ ਨਾਲ ਜ਼ਰੂਰ ਸਵਾਲ ਲਵਾਂਗੇ। ਬੱਬੀਵਾਲ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਵੱਡਾ ਸਵਾਲ, ਬਾਕੀ ਮਹਿਮਾਨਾਂ ਨੇ ਵੀ ਗੱਲ ਕੀਤੀ ਹੈ, ਹਰਜੀਤ ਭੁੱਲਰ ਉਹਨਾਂ ਨੇ ਵੀ ਕਿਹਾ ਕਿ ਜਿਸ ਕਦਰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਆਪ ਸਰਕਾਰ ਨੂੰ, ਮੁੱਖ ਮੰਤਰੀ ਨੂੰ, ਉਸ ਕਦਰ ਨਹੀਂ ਨਿਭਾਈ ਗਈ। ਹੋਰ ਪਾਸੇ ਧਿਆਨ ਦਿੱਤਾ ਬਜਾਏ ਇਸ ਦੇ ਜੋ ਪੰਜਾਬ ਦੀ ਤਬਾਹੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਾ ਕੀ ਮਿਲਣਾ ਸੀ, ਉਹਨਾਂ 'ਤੇ ਘਟਾਪਾ ਚੜ੍ਹਿਆ ਗਿਆ। ਔਰ ਕਿਸਾਨ ਆਗੂਆਂ ਦੀ ਰਾਏ ਹੈਗੀ ਹੈ ਕਿ ਜਿਹੜਾ ਮੁਆਵਜ਼ਾ ਬੜਾ ਤੁੱਛ ਮੁਆਵਜ਼ਾ, ਜੋ ਮਦਦ ਕੀਤੀ ਵੀ ਜਾ ਰਹੀ ਹੈ, ਨੁਕਸਾਨ ਵੱਡੀ ਪੱਧਰ 'ਤੇ ਹੈ। ਉਸ ਲਿਹਾਜ਼ ਨਾਲ ਜੇ ਕੁਝ ਕੰਸੈਸ਼ਨ ਜਾਂ ਰਿਆਇਤ ਮਿਲੇਗੀ ਤਾਂ ਇਹਦੀ ਭਰਪਾਈ ਪੰਜਾਬ ਦੀ ਹੋ ਸਕਦੀ ਹੈ, ਕਿਸਾਨੀ ਦੀ। ਅਦਰਵਾਈਜ਼ ਇੰਨੀ ਕੁ ਰਕਮ ਜਿਹੜੀ ਜਾਰੀ ਕੀਤੀ ਗਈ ਹੈ ਇਹ ਬਹੁਤ ਥੋੜ੍ਹੀ ਰਕਮ ਹੈ, ਇਹਦੇ ਨਾਲ ਕੋਈ ਪੰਜਾਬ ਦੇ ਜਿੱਦਾਂ ਕਹਿੰਦੇ ਆ ਕਿ ਜ਼ਖਮਾਂ 'ਤੇ ਮੱਲਮ ਲਾਉਣ ਵਾਲੀ ਗੱਲ ਉਹ ਵੀ ਪੂਰੀ ਨਹੀਂ ਹੁੰਦੀ ਨਜ਼ਰ ਆਉਂਦੀ। ਸਿੱਧੂ ਸਾਹਿਬ, ਮੈਨੂੰ ਆਪਣੇ ਕਾਬਲ ਜਿਹੜੇ ਸਾਥੀ ਹੈ ਬੁਲਾਰੇ ਹੈ, ਇਹਨਾਂ ਦਾ ਤਰਕ ਤੇ ਇਹਨਾਂ ਦੀਆਂ ਦਲੀਲਾਂ ਮਨਜ਼ੂਰ ਕਰਦੇ ਹੋਏ ਬੜਾ ਤਕਲੀਫ ਹੋ ਰਹੀ ਹੈ ਕਿ ਪਹਿਲਾਂ ਮੁੱਖ ਮੰਤਰੀ ਬਣਦੇ ਸੀ, ਰਜਵਾੜੇ ਬਣਦੇ ਸੀ, ਮਹਾਰਾਜੇ ਬਣਦੇ ਸੀ, ਵੱਡੇ ਜਗੀਰਦਾਰ ਬਣਦੇ ਸੀ। ਜੇ ਪਹਿਲੀ ਵਾਰ 10 ਕਿੱਲਿਆਂ ਵਾਲਾ ਬਣ ਗਿਆ, ਪੜ੍ਹਿਆ ਲਿਖਿਆ ਮੱਧ ਵਰਗੀ ਪਰਿਵਾਰ ਦਾ ਬੱਚਾ ਬਣ ਗਿਆ, ਤੇ ਉਹਨੂੰ ਕਿਸਾਨੀ ਹੁਣ ਕਿਸੇ ਤੋਂ ਸਿੱਖਣੀ ਪਊਗੀ। ਉਹਨੂੰ ਹੁਣ ਕੋਈ ਹੋਰ ਆ ਕੇ ਦੱਸੂਗਾ ਕਿਸਾਨਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਬਾਰੇ। ਨੰਬਰ 2 ਦੀ ਗੱਲ, ਕੋਆਪਰੇਟਿਵ ਬੈਂਕ ਜਿਹੜਾ ਲੈਂਡ ਮੌਰਟਗੇਜ ਬੈਂਕ ਕਹਿੰਦੇ ਆ, ਬੰਦ ਹੋਣ ਦੀ ਕਗਾਰ 'ਤੇ ਸੀ, ਮਿਸਯੂਜ਼ ਕਰਕੇ 1100 ਕਰੋੜ ਰੁਪਇਆ ਦੇ ਕੇ ਉਹਨੂੰ ਦੁਬਾਰਾ ਰਿਵਾਈਵ ਕੀਤਾ। ਜਦੋਂ ਜਿੰਨੀ ਗੰਨਾ ਪੇਮੈਂਟਾਂ ਪੈਂਡਿੰਗ ਪਈਆਂ ਸੀ ਸਰਕਾਰ ਨੇ ਸਾਰੀਆਂ ਰਿਲੀਜ਼ ਕੀਤੀਆਂ, ਔਰ ਅੱਜ ਇੱਕ ਵੀ ਗੰਨੇ ਦੀ ਪੇਮੈਂਟ ਬਾਕੀ ਨਹੀਂ ਹੈ। ਜਿਹੜੇ ਕਿਸਾਨਾਂ ਦੇ ਪਰਿਵਾਰਾਂ ਦੇ ਬੱਚੇ ਬਿਨਾਂ ਸਿਫਾਰਿਸ਼ ਤੋਂ ਨੌਕਰੀ ਲੱਗਣੋਂ ਰਹਿ ਜਾਂਦੇ ਸੀ, ਕਿਉਂ ਕਰਕੇ ਕਿਸੇ ਧਨਾਟ ਲੀਡਰ ਦੇ ਭਤੀਜੇ ਦੀ ਜਾਂ ਭਾਈ ਦੀ ਬੱਚੇ ਦੀ ਸਿਫਾਰਿਸ਼ ਨਾਲ ਉੱਥੇ ਪੋਸਟਿੰਗ ਜਾਂ ਪੋਸਟ ਵਿੱਚ ਸਿਲੈਕਸ਼ਨ ਹੋ ਜਾਂਦੀ ਸੀ, ਅੱਜ ਇਮਾਨਦਾਰੀ ਤੇ ਸਿਲੈਕਸ਼ਨ ਹੋ ਰਹੀ ਹੈ। ਛੋਟੇ ਕਿਸਾਨਾਂ ਦੇ ਲਾਇਕ ਬੱਚੇ ਅੱਜ ਸਿਲੈਕਟ ਹੋ ਰਹੇ ਆ ਕਿ ਉਹ ਕਿਸਾਨੀ ਵਾਸਤੇ ਕੋਈ ਕੰਮ ਨਹੀਂ ਗਾ। ਅਸੀਂ ਪਾਣੀ ਨੂੰ ਇੰਨਾ ਟੇਲਾਂ ਤੱਕ ਪਹੁੰਚਾਇਆ ਕਿ ਜਿੱਥੇ ਪਹਿਲਾਂ ਪਾਣੀ ਕਦੇ ਗਿਆ ਹੀ ਨਹੀਂ ਉੱਥੇ ਪਾਣੀ ਪਹੁੰਚਾਇਆ 90%। ਸੌਰੀ, ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ ਕਿ ਕਿਸਾਨੀ ਦੇ ਲਈ ਤੁਹਾਡਾ ਆਪਣਾ ਨਜ਼ਰੀਆ ਕਿ ਮਦਦ ਕੀਤੀ ਜਾ ਰਹੀ ਹੈ, ਪਰ ਜੋ ਫਲੱਡ ਦੀ ਸਿਚੁਏਸ਼ਨ, ਹੜ੍ਹਾਂ ਦੀ ਸਥਿਤੀ ਬਣੀ ਹੈ, ਉਹਦੇ 'ਚ ਫੌਰੀ ਤੌਰ 'ਤੇ ਮਦਦ ਦੀ ਲੋੜ ਹੈ। ਔਰ ਜਿਹੜੇ ਨਾਰਮਸ ਹੈਗੇ, ਜਿਹੜੇ ਢੰਗ ਤਰੀਕੇ ਹੈ, ਉਹਨਾਂ ਨੂੰ ਵੀ ਰਿਆਇਤ ਜਾਂ ਕੰਸੈਸ਼ਨ ਦੇਣ ਦੀ, ਛੋਟ ਦੇਣ ਦੀ ਲੋੜ ਹੈ, ਤਾਂ ਹੀ ਪੋਸੀਬਲ ਹੋ ਸਕਦੀ ਹੈ। ਪਰ ਮਦਦ ਜਿਹੜੀ ਹੈਗੀ ਹੈ ਦੇਰੀ ਹੋਏਗੀ, ਉਹਨੇ ਵੱਡਾ ਨੁਕਸਾਨ ਹੋਏਗਾ। ਸਿੱਧੂ ਸਾਹਿਬ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਕਿ ਸਾਡੀ ਜਿਹੜੀ ਸਪੈਸ਼ਲ ਗਿਰਦਾਵਰੀ ਚੱਲ ਰਹੀ ਹੈ, ਪਹਿਲਾਂ ਤਾਂ ਜਿਵੇਂ ਧਨੇਰ ਸਾਹਿਬ ਕਹਿ ਰਹੇ ਸੀ ਕਿ ਆਪਣੀ ਫਸਲ ਦਾ ਨੁਕਸਾਨ ਤਾਂ ਇੱਕ ਗੂਗਲ ਅਰਥ ਇੱਕ ਹੈਗਾ ਐਪ ਹੈਗਾ, ਉਹਦੇ ਤੋਂ ਇੱਕ ਖੇਤ ਦੀ ਸ਼ਨਾਖਤ ਹੋ ਜਾਂਦੀ ਹੈ, ਬਿਲਕੁਲ ਠੀਕ ਕਹਿ ਰਹੇ ਨੇ। ਲੇਕਿਨ ਅਸੀਂ ਸਪੈਸ਼ਲ ਗਿਰਦਾਵਰੀ ਜਿਹਦੇ ਨਾਲ ਘਰਾਂ ਦੇ ਵਿੱਚ ਵੀ ਔਰ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਹੋਇਆ, ਇਹ ਸਪੈਸ਼ਲ ਗਿਰਦਾਵਰੀ ਤਾਂ ਕਰਾਉਣੀ ਪੈ ਰਹੀ ਹੈ। ਨੰਬਰ 2 ਦੀ ਗੱਲ ਹੈ ਕਿ ਗਿਰਦਾਵਰੀ ਅਜੇ ਖਤਮ ਹੋਈ ਨਹੀਂ। ਖਤਮ ਹੁੰਦੇ ਸਾਰ ਮੈਂ ਫੇਰ ਦੁਬਾਰਾ ਜ਼ਿੰਮੇਵਾਰੀ ਨਾਲ ਕਹਿੰਦਾ, ਸਰਕਾਰ ਦਾ ਬੁਲਾਰਾ ਹੋਣ ਦੇ ਨਾਤੇ ਔਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਕਿ ਸਰਕਾਰ ਇੱਕ ਛੋਟੇ ਤੋਂ ਛੋਟਾ ਮੁਆਵਜ਼ਾ ਜੋ ਮੁੱਖ ਮੰਤਰੀ ਜੀ ਨੇ ਕਿਹਾ ਹੈ ਉਸ ਤੇ ਸਰਕਾਰ ਖਰੀ ਉਤਰੂਗੀ, ਚਾਹੇ ਸਾਨੂੰ ਕੋਈ ਪਾਪੜ ਵੇਲਣਾ ਪਵੇ। ਅਸੀਂ ਇਮਾਨਦਾਰੀ ਨਾਲ ਰੈਵਨਿਊ ਕਲੈਕਟ ਕਰ ਰਹੇ ਹਾਂ ਔਰ ਪੰਜਾਬ ਦੇ ਖਜ਼ਾਨੇ ਦੇ ਮੂੰਹ ਕਿਸਾਨੀ ਵੱਲ ਖੁੱਲੇ ਨੇ। ਅਸੀਂ ਕੋਈ ਇਹਦੇ ਵਿੱਚ ਉਹ ਨਹੀਂ ਰੱਖਣਾ। ਅਸੀਂ ਬੱਬੀਵਾਲ ਜੀ ਬਿਲਕੁਲ ਪੰਜਾਬ ਦੇ ਖਜ਼ਾਨੇ ਦੇ ਆਉਣਾ ਹੈ, ਭੁੱਲਰ ਸਾਹਿਬ ਤੁਹਾਡੇ ਵੱਲ ਵੀ ਆਉਂਦੇ ਆਪਾਂ। ਬੱਬੀਵਾਲ, ਜਿਸ ਮਾਮਲੇ 'ਤੇ ਗੱਲ ਕਰ ਰਹੇ ਹਾਂ, ਦੇਖੋ ਪੰਜਾਬ ਦੇ ਖਜ਼ਾਨੇ ਦੇ ਮੂੰਹ ਖੁੱਲੇ ਹੋਣ ਦੀ ਤੁਸੀਂ ਗੱਲ ਕੀਤੀ ਹੈ, ਪਰ ਕੀ ਜਿਸ ਤਰ੍ਹਾਂ ਦਾ ਵੱਡਾ ਨੁਕਸਾਨ ਹੋਇਆ ਆਪਾਂ ਇਹ ਵੀ ਜਾਣਦੇ ਹਾਂ। ਜੇ 1500 ਕਰੋੜ ਦੀ ਵੀ ਆਪਾਂ ਗੱਲ ਕਰੀਏ, ਕਿਸਾਨ ਆਗੂ ਤਾਂ ਕਹਿ ਰਹੇ ਕਿ ਬਹੁਤ ਵੱਡੀ ਪੱਧਰ 'ਤੇ ਕਿਤੇ ਜ਼ਿਆਦਾ ਨੁਕਸਾਨ ਹੈ, ਉਹ ਭਰਪਾਈ ਫਿਰ ਪੰਜਾਬ ਤਾਂ ਨਹੀਂ ਕਰ ਸਕਦਾ ਨਾ। ਲੱਗਦਾ ਨਹੀਂ ਕਿ ਕੇਂਦਰ ਦੀ ਵੀ ਮਦਦ ਦੀ ਜ਼ਰੂਰਤ ਹੈ, ਕੇਂਦਰ ਮਦਦ ਕਰੇਗਾ ਇਸ ਮਾਮਲੇ 'ਚ? ਕਿਵੇਂ ਦੇਖਦੇ ਹੋ, ਕੀ ਸਥਿਤੀ ਹੈ, ਕੋਈ ਹੈ ਗੱਲ ਕਿਧਰੇ? ਬਿਲਕੁਲ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਹੈ। ਕੇਂਦਰ ਦੀ ਕੋਈ ਫੈਕਟਰੀ ਨਹੀਂ ਚੱਲਦੀ, ਕੇਂਦਰ ਕੋਲ ਪੈਸਾ ਸਟੇਟਾਂ ਤੋਂ ਜਾਂਦਾ ਹੈ। ਪੰਜਾਬ ਇੰਡੀਆ ਦਾ ਹਿੱਸਾ ਹੈ। ਪੰਜਾਬ ਇਨਫੈਕਟ ਦੇਸ਼ ਦਾ ਹਿੱਸਾ ਹੀ ਨਹੀਂ, ਦੇਸ਼ ਦੀ ਲੜਾਈ ਲੜਨ ਵਾਲਾ ਮੂਹਰੀ ਸੂਬਾ ਹੈ। ਸੋ ਮੈਂ ਬੇਨਤੀ ਇੱਕੋ ਹੀ ਕਰਦਾ ਹੈ, ਕੇਂਦਰ ਦੀ ਮਦਦ ਦੀ ਲੋੜ ਵੀ ਹੈ, ਕੇਂਦਰ ਮਦਦ ਕਰਨੀ ਵੀ ਚਾਹੀਦੀ ਹੈ। ਔਰ ਅਸੀਂ ਕਦੇ ਵੀ ਨਹੀਂ ਇਹ ਕਿਹਾ ਵੀ ਕੇਂਦਰ ਮਦਦ ਕਰੂਗਾ ਅਸੀਂ ਲੈਣੀ ਨਹੀਂ।
ਥੈਂਕ ਯੂ ਵੈਰੀ ਮਚ ਤੁਹਾਡੀ ਗੱਲ ਆ ਗਈ। ਗੁਰਸ਼ੇਰ ਜੀ ਮਾਨਾ ਤੁਹਾਡੇ ਵੱਲ, ਉਸ ਤੋਂ ਪਹਿਲਾਂ ਹਰਜੀਤ ਭੁੱਲਰ ਹੋਣੀ। ਹਰਜੀਤ ਭੁੱਲਰ ਤੁਸੀਂ ਸੰਖੇਪ ਦੇ ਵਿੱਚ ਕਮੈਂਟ ਕਰਿਓ ਕਿਉਂਕਿ ਬਾਕੀ ਮਹਿਮਾਨਾਂ ਦੀ ਆਪਾਂ ਗੱਲ ਵੀ ਸੁਣਨੀ ਹੈ। ਬੱਬੀ ਬਾਦਲ ਜੀ ਹੁਣੇ ਕਹਿ ਰਹੇ ਸੀ ਅਸੀਂ ਘਰ ਘਰ ਪਾਣੀ ਪੰਚਾਇਤ ਆ, ਉਹ ਤੇ ਦਿੱਲੀ ਵੀ ਪੰਚਾਇਤ ਆ, ਇਹਨਾਂ ਨੇ ਇੱਥੇ ਹੀ ਪਹੁੰਚ ਗਿਆ ਹੜ੍ਹਾਂ ਦੇ ਨਾਲ, ਹਰ ਨੁੱਕਰ 'ਚ ਪਾਣੀ ਪੰਚਾਇਤ ਆ ਇਹਨਾਂ ਨੇ ਲੋਕਾਂ ਨੂੰ ਰੋੜ ਕੇ ਰੱਖਤਾ। ਗੱਲ ਇਹ ਹੈ ਕਿ ਜੇ ਡਰੇਨਾਂ ਦੀ ਸਫਾਈ ਹੋਈ ਹੁੰਦੀ ਤੇ ਅੱਜ ਆਹ ਹਾਲ ਨਾ ਹੁੰਦੇ। ਜਿਹੜੇ ਬੰਨਾਂ ਦੇ ਉੱਤੇ ਇਹਨਾਂ ਦੇ ਆਪਣੇ ਜਿਹੜੇ ਸੰਸਦ ਮੈਂਬਰ ਨੇ ਸ਼ੀਸ਼ੇਵਾਲ ਜੀ, ਉਹਨਾਂ ਨੇ ਜਾ ਕੇ ਖਦਸ਼ਾ ਜਤਾਇਆ ਸੀ 3 ਮਹੀਨੇ ਪਹਿਲਾਂ ਕਿ ਆਹ ਕਮਜ਼ੋਰ ਹੈ, ਇਹਨੂੰ ਬਣਾਉਣਾ ਚਾਹੀਦਾ, ਜੋ ਮਜ਼ਬੂਤ ਕਰ ਦਿੱਤਾ ਹੁੰਦਾ ਤੇ ਉਹ ਟੁੱਟ ਕੇ ਬੰਨ ਜਿਹੜਾ ਹੈਗਾ ਅੱਜ ਨੁਕਸਾਨ ਨਾ ਕਰਦਾ। ਲੇਕਿਨ ਜਾਗੇ ਨਹੀਂ ਮੁੱਖ ਮੰਤਰੀ ਸਾਹਿਬ ਸਾਡੇ। ਗੱਪਾਂ ਮਾਰਨ ਨੂੰ ਅਸੀਂ ਜਿੰਨੀਆਂ ਮਰਜ਼ੀ ਮਾਰ ਲਈਏ ਵੀ ਹਾਂ ਠੀਕ ਹੈ, ਜਿਹੜੇ ਖਜ਼ਾਨੇ ਦੀ ਇਹ ਗੱਲ ਕਰਦੇ ਹੈ ਉਹ ਖਜ਼ਾਨਾ ਕਿਉਂ ਮੂੰਹ ਬੰਦ ਅਜੇ ਤੱਕ ਕਰਕੇ ਬੈਠਾ ਹੈ? ਸੁੰਡੀ ਦੀ ਮਾਰ ਦੇ ਵਿੱਚ ਹੇਠ ਜਦੋਂ ਆਏ ਸੀ ਇਹ ਕਿਸਾਨ, ਕਿਉਂ ਨਹੀਂ ਅਜੇ ਤੱਕ ਮੁਆਵਜ਼ਾ ਦਿੱਤਾ ਗਿਆ? ਕਿਉਂ ਨਹੀਂ ਹਜ਼ਾਰ ਰੁਪਈਆ ਜਿਹੜਾ ਔਰਤਾਂ ਵਾਸਤੇ ਕਿਹਾ ਗਿਆ ਸੀ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ? ਕਿਉਂ ਨਹੀਂ ਜਿਹੜਾ ਗੜੇਮਾਰ ਦੇ ਨਾਲ ਫਸਲ ਮਰੀ ਸੀ ਕਿਉਂ ਨਹੀਂ ਮੁਆਵਜ਼ਾ ਅਜੇ ਤੱਕ ਦਿੱਤਾ ਗਿਆ? ਕਿਉਂ ਨਹੀਂ ਅਜੇ ਤੱਕ ਜਿਹੜੇ ਕਿਸਾਨ ਜਿਹੜੇ ਹੈ ਜਾਂ ਜਿਹੜੇ ਲੋਕ 3 ਦਰਜਨ ਤੋਂ ਵੱਧ 4 ਦਰਜਨ ਤੋਂ ਵੱਧ ਜਿਹੜੇ ਲੋਕ ਮਰ ਗਏ ਨੇ ਹੜ੍ਹਾਂ ਦੇ ਵਿੱਚ, ਉਹਨਾਂ ਨੂੰ ਅਜੇ ਤੱਕ ਮੁਆਵਜ਼ਾ ਦਿੱਤਾ ਗਿਆ? ਇੱਕ ਮਿੰਟ ਗੱਲ ਪੂਰੀ ਕਰਨ ਦਿਓ ਤੁਸੀਂ ਸੰਖੇਪ ਚ ਪਲੀਜ਼। ਕਿਉਂ ਨਹੀਂ ਉਹ ਮੁਆਵਜ਼ਾ ਦਿੱਤਾ ਗਿਆ? ਕਦੋਂ ਖੁੱਲਣਗੇ ਉਹ ਜਿਹੜਾ ਇਹਨਾਂ ਦਾ ਖਜ਼ਾਨਾ ਹੈ, ਉਹਦੇ ਮੂੰਹ ਕਦੋਂ ਖੁੱਲੂਗਾ? ਕਦੋਂ ਉਹ ਭਾਂਡਾ ਖੁੱਲਣਾ ਹੈ? ਕਿਉਂ ਸਿਰਫ ਉਹ ਭਾਂਡਾ ਜਿਹੜਾ ਹੈ ਉਦੋਂ ਹੀ ਖੁੱਲਦਾ ਹੈ ਜਦੋਂ ਇਸ਼ਤਿਹਾਰ ਲੱਗਣੇ ਹੁੰਦੇ ਆ ਮੁੱਖ ਮੰਤਰੀ ਸਾਹਿਬ ਦੇ ਸੜਕਾਂ ਦੇ ਉੱਤੇ, ਜਾਂ ਜਿਹੜੇ ਬਾਹਰਲੀਆਂ ਸਟੇਟਾਂ ਉਹਨਾਂ ਜਾ ਕੇ ਇਸ਼ਤਿਹਾਰਬਾਜ਼ੀ ਕਰਨੀ ਹੁੰਦੀ ਹੈ, ਉੱਥੇ ਹੀ ਕਿਉਂ ਖਜ਼ਾਨਾ ਖੁੱਲਦਾ ਹੈ? ਕਿਉਂ ਨਹੀਂ ਲੋਕਾਂ ਵਾਸਤੇ ਖਜ਼ਾਨਾ ਖੁੱਲ ਰਿਹਾ? ਕਿਉਂ ਅੱਜ ਕਿਸਾਨਾਂ ਦੀਆਂ ਲਾਸ਼ਾਂ ਜਿਹੜੀਆਂ ਸੜਕ ਤੇ ਵਿਛਾਈਆਂ ਜਾ ਰਹੀਆਂ ਨੇ, ਕਿਉਂ ਕਿਸਾਨਾਂ ਨੂੰ ਡਾਂਗਾ ਮਾਰੀਆਂ ਜਾ ਰਹੀਆਂ ਨੇ ਜਦੋਂ ਆਲਰੇਡੀ ਕੁਦਰਤੀ ਮਾਰ ਹੇਠ ਹੈ ਤੇ ਉੱਤੋਂ ਤੁਹਾਡੀ ਸਰਕਾਰ ਦੀਆਂ ਡਾਂਗਾ ਵੀ ਖਾ ਰਿਹਾ ਹੈ ਤੇ ਲਾਸ਼ਾਂ ਵੇਚ ਰਹੀ ਨੇ ਉਹਨਾਂ ਦੀਆਂ। ਮੈਂ ਕਹਿੰਦਾ ਐਸੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪਣੇ ਲੋਕਾਂ ਦੇ ਜਿਹੜੀ ਗੱਲ ਕਹਿੰਦੇ ਜੀ ਮਹਾਰਾਜੇ ਸੀਗੇ, ਅੱਜ ਮਹਾਰਾਜਾ ਸਰਤੋਜ 1200 ਗਨਮੈਨ ਲੈ ਕੇ ਘੁੰਮਦਾ ਹੈ। ਅੱਜ ਮਹਾਰਾਜਾ ਸਰਤੋਜ ਦੀ ਭੈਣ ਅੱਜ 100 ਤੋਂ ਉੱਤੇ ਗਨਮੈਨ ਲੈ ਕੇ ਘੁੰਮਦੀ ਹੈ। ਮਹਾਰਾਜਾ ਸਰਤੋਜ ਜੀ ਮੁੱਖ ਮੰਤਰੀ ਸਾਹਿਬ ਦੀ ਘਰਵਾਲੀ ਅੱਜ 100 ਤੋਂ ਵੱਧ ਗਨਮੈਨ ਲੈ ਕੇ ਘੁੰਮਦੀ ਹੈ। ਅੱਜ ਮਾਤਾ ਜੀ 100 ਤੋਂ ਵੱਧ ਗਨਮੈਨ ਲੈ ਕੇ ਘੁੰਮਦੇ ਆ। ਅੱਜ ਮਹਾਰਾਜਾ ਸਰਤੋਜ ਦੇ ਸਰਪ੍ਰਸਤ ਜਿਹੜੇ ਨੇ ਕੇਜਰੀਵਾਲ ਸਾਹਿਬ 100 ਤੋਂ ਵੱਧ ਗਨਮੈਨ ਲੈ ਕੇ ਪੰਜਾਬ ਦੇ ਘੁੰਮ ਰਹੇ ਨੇ। ਇਸ ਕਰਕੇ ਜਿਹੜੇ ਪੁਰਾਣੇ ਮਹਾਰਾਜਾ ਸੀ ਇਹ ਤਾਂ ਉਹਨਾਂ ਤੋਂ ਵੱਡੇ ਮਹਾਰਾਜਾ ਪੜ੍ਹਾਈ ਦੀ ਗੱਲ ਕਰਦੇ ਹੋ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਪੜ੍ਹਾਈ ਨੂੰ ਚੈਲੰਜ ਕਰਦੇ ਹੋ। ਓਕੇ ਥੈਂਕ ਯੂ ਵੈਰੀ ਮਚ। ਆਪਾਂ ਪ੍ਰਧਾਨ ਮੰਤਰੀ ਦੇ ਮੁੱਦੇ ਤੇ ਫੇਰ ਗੱਲ ਕਰਾਂਗੇ। ਤੇ ਪੀਐਚਡੀ ਕਰ ਲਈ ਹੈ। ਓਕੇ ਥੈਂਕ ਯੂ ਪੁਲਿਸ ਸਾਹਿਬ। ਜਿਹੜਾ ਬੰਦਾ ਦਿੱਲੀ ਦੇ ਇਸ਼ਾਰਿਆਂ ਤੇ ਇੱਥੇ ਨੱਚੂਗਾ ਉਹ ਪੰਜਾਬ ਦੀ ਗੱਲ ਕਰ ਹੀ ਨਹੀਂ ਸਕਦਾ, ਪੰਜਾਬ ਦੇ ਹੱਕਾਂ ਦੀ ਲੜਾਈ ਕਰ ਹੀ ਨਹੀਂ ਸਕਦਾ। ਪੰਜਾਬ ਦੀ ਗੱਲ ਨਹੀਂ ਖਾਣੀਆਂ ਪੈਣਗੀਆਂ ਜਿਸ ਤਰ੍ਹਾਂ ਕਿਸਾਨਾਂ ਨੂੰ ਡਾਂਗਾ ਹੁਣ ਮਿਹਰਬਾਨੀ। ਬਾਕੀ ਮਹਿਮਾਨਾਂ ਦੀ ਰਾਏ ਵੀ ਲੈ ਲਈਏ। ਗੁਰਦੀਪ ਗੋਸ਼ਾ ਜੀ ਮੈਂ ਤੁਹਾਡੇ ਵੱਲ ਵੀ ਇਸ ਮੁੱਦੇ ਤੇ ਸਵਾਲ ਲੈ ਕੇ ਆਉਣਾ, ਤੁਸੀਂ ਮੈਨੂੰ ਇਸ ਮਾਮਲੇ 'ਚ ਸਹਿਯੋਗ ਦਿਓਗੇ? ਮੈਂ ਜ਼ਰੂਰ ਚਾਹੁੰਦਾ ਕਿ ਧਨੇਰ ਸਾਹਿਬ ਤੋਂ ਪਹਿਲਾਂ ਆਪਾਂ ਕਮੈਂਟਸ ਲੈ ਲਈਏ ਫਿਰ ਮੈਂ ਤੁਹਾਡੇ ਵੱਲ ਆਉਣਾ। ਧਨੇਰ ਸਾਹਿਬ ਜਦੋਂ ਆਪਾਂ ਪੋਲੀਟੀਕਲ ਪਾਰਟੀਆਂ ਦੀ ਕੀ ਰਾਏ ਉਹਨਾਂ ਦੀ ਗੱਲ ਕਰਦੇ ਹਾਂ, ਮੈਂ ਇੱਕ ਸਪਸ਼ਟ ਜਿਹਾ ਸਵਾਲ, ਤੁਸੀਂ ਕਹਿ ਰਹੇ ਸੀ ਕਿ ਅਸੀਂ ਪਿੰਡਾਂ 'ਚ ਨਿਕਲੇ ਪਏ ਹਾਂ ਜਿਹੜੇ ਪੀੜਤ ਉਹਨਾਂ ਦੀ ਮਦਦ ਕਰਨ ਦੇ ਲਈ, ਕਿਸ ਤਰ੍ਹਾਂ ਦੀ ਸਥਿਤੀ ਹੈ, ਕਿਸ ਤਰ੍ਹਾਂ ਦੀ ਮਦਦ ਪਹੁੰਚਾ ਰਹੇ ਹੋ ਤੁਸੀਂ ਪੀੜਤ ਪਰਿਵਾਰਾਂ ਦੇ ਲਈ? ਧਨੇਰ ਸਾਹਿਬ ਜੀ ਹਰਾ ਚਾਰਾ ਲੈ ਕੇ ਜਾ ਰਹੇ ਹਾਂ ਪਸ਼ੂਆਂ ਵਾਸਤੇ, ਖਾਸ ਕਰਕੇ ਫਿਰੋਜ਼ਪੁਰ ਤੇ ਫਾਜ਼ਿਲਕਾ ਏਰੀਆ ਦੇ ਵਿੱਚ ਜੀ। ਸਾਨੂੰ ਉਧਰੋਂ ਸੁਨੇਹੇ ਵੀ ਆਏ ਸੀ ਕੋਈ ਹਰੇ ਚਾਰੇ ਦਾ ਪ੍ਰਬੰਧ ਨਹੀਂ, ਹਰਾ ਚਾਰਾ ਖੇਤਾਂ ਦੇ ਵਿੱਚੋਂ ਵੀ ਘਟ ਗਿਆ, ਜਿਹੜਾ ਅਚਾਰ ਪਾਇਆ ਸੀ ਮੱਕੀ ਦਾ ਸੀ ਆਪਦੇ ਇਲਾਕੇ ਦੇ ਵਿੱਚੋਂ ਲੈ ਕੇ ਜਾ ਰਹੇ ਆ। ਦੂਜੀ ਗੱਲ ਸਿੱਧੂ ਸਾਹਿਬ, ਮੈਂ ਨਾ ਪਿਛਲੀ ਜਦੋਂ ਚਰਚਾ ਦੇ ਵਿੱਚ ਵੀ ਆਇਆ ਸੀ ਉਦੋਂ ਮੈਂ ਇੱਕ ਕਿਸਾਨ ਆਗੂ ਤੇ ਵੀ ਖਿਲਾਫ ਬੋਲਿਆ ਸੀ। ਚਰਚਾ ਇਹ ਜਿਹੜੀ ਸਾਡੀ ਹੋ ਰਹੀ ਹੈ ਚਰਚਾ ਪਿਆਰ ਭਰੀ ਹੋਣੀ ਚਾਹੀਦੀ ਆ। ਮੈਂ ਖਾਸ ਕਰਕੇ ਅਜੀਤ ਭੁੱਲਰ ਜੀ ਨੂੰ ਬੇਨਤੀ ਕਰੂੰਗਾ ਵੀ ਇਹ ਤੁਸੀਂ ਸਟੇਜ ਤੇ ਭਾਸ਼ਣ ਨਹੀਂ ਦਿੰਦੇ ਵੀ ਤੁਸੀਂ ਇਕੱਲਿਆਂ ਨਹੀਂ ਦੇਣਾ, ਤੁਹਾਨੂੰ ਗੁੱਸਾ ਬਹੁਤ ਆਇਆ। ਤੁਸੀਂ ਇਹ ਗੱਲ ਕਹਿਤੀ ਵੀ ਕਿਸਾਨ ਆਗੂ ਬਰਫੀ ਤੇ ਚਾਹ ਪੀ ਕੇ ਮੁੜਿਆ ਤੇ ਦੂਜੇ ਦਿਨ ਕੁੱਟ ਪੈ ਗਈ। ਕੀ ਗੱਲ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸਾਨੂੰ ਬਰਫੀ ਨਹੀਂ ਖਵਾਈ ਉਹਨਾਂ ਨੇ, ਚਾਹ ਨਹੀਂ ਤੇ ਕੁੱਟ ਰਹੀ ਉਦੋਂ ਮਿਲਦਾ ਵੀ ਸੀਗਾ, ਡਾਂਗਾਂ ਨਹੀਂ ਮਿਲਦੀਆਂ ਸੀਗੀਆਂ ਜਿਸ ਤਰ੍ਹਾਂ ਡਾਂਗਾਂ ਪੈਂਦੀਆਂ ਨੇ ਹੁਣ। ਇਸ ਗੱਲ ਤੇ ਮੁੜਕਾ ਲਿਆਉਣਾ ਇਹ ਕੋਈ ਪਹਿਲੇ ਮੈਂ ਸਿਆਸੀ ਫਤਵੇਬਾਜ਼ੀ ਚੋਂ ਅਸੀਂ ਇਹ ਕਹਿੰਦੇ ਵੀ ਜਿਹੜਾ ਕੁਛ ਹੁਣ ਡਰੇਨਾਂ ਸਾਫ਼ ਨਹੀਂ ਹੋਈਆਂ, ਮੈਨੂੰ ਇਹ ਸਮਝਾ ਦਿਓ ਅਕਾਲੀ ਦਲ ਨੇ ਕਿਹੜੀਆਂ ਡਰੇਨਾਂ ਸਾਫ਼ ਕਰਾਈਆਂ ਸੀ ਜਾਂ ਕਾਂਗਰਸ ਨੇ ਕਿਹੜੀਆਂ ਕਰਾਈਆਂ ਸੀ? ਇਹ ਮੇਨੋ ਮੇਨੀ ਹੋਣ ਦਾ ਮੈਨੂੰ ਲੱਗਦਾ ਇਸ ਚਰਚਾ ਦੇ ਵਿੱਚ ਕੋਈ ਸਵਾਲ ਨਹੀਂ ਬਣਦਾ ਹੁੰਦਾ। ਠੀਕ ਹੈ, ਮੈਂ ਕਹਿੰਦਾ ਜੇ ਬੱਬੀ ਬਾਦਲ ਜੀ ਹੋਣੀ ਹੈਗੇ ਸਰਕਾਰ ਵੱਲੋਂ ਬੋਲਦੇ ਆ, ਦਲੀਲ ਨਾਲ ਗੱਲ ਕਰਦੇ ਆ, ਤੁਸੀਂ ਉਹਨਾਂ ਦੀ ਦਲੀਲ ਨਾਲ ਗੱਲ ਚਲਾ ਦਿਓ ਨਾ ਉਹਨਾਂ ਦੀ ਗੱਲ। ਘੱਟੋ ਘੱਟ ਅਸੀਂ ਲੋਕਾਂ ਦੇ ਮੂਹਰੇ ਬੈਠੇ ਆ, ਲੋਕਾਂ ਦੇ ਸਾਹਮਣੇ ਬੈਠੇ ਆ, ਲੋਕ ਸਭ ਤੋਂ ਕੁਛ ਆਸ ਰੱਖਦੇ ਵੀ ਅਸੀਂ ਕਿਹੋ ਜਿਹੀ ਬਹਿਸ ਕਰਾਂਗੇ। ਇਹ ਜਿਵੇਂ ਸਟੇਜ ਤੇ ਬਾਹ ਮਾਰ ਕੇ ਭਾਸ਼ਣ ਕਰਦੇ ਨੇ, ਡਾਂਗਾ ਪਈਆਂ ਨਹੀਂ, ਤਰੀਕਾ ਲੱਗਿਆ ਡਾਂਗਾ ਪਈਆਂ ਨਹੀਂ, ਲੋਕਾਂ ਵਿਛਿਆ ਨਹੀਂ ਉੱਥੇ। ਏਦਾਂ ਚੱਲੂਗਾ ਨਹੀਂ। ਜਗਤਾਰ ਸਿੰਘ ਸਿੱਧੂ ਜੀ ਚਲਾ ਰਹੇ ਨੇ ਇਹਨੂੰ, ਤੁਸੀਂ ਵੀ ਚਲਾ ਰਹੇ ਸਟੇਜ ਨੂੰ। ਓਕੇ ਧਨੇਰ ਸਾਹਿਬ ਬਿਲਕੁਲ। ਧਨੇਰ ਸਾਹਿਬ ਜਿਹੜਾ ਮੈਂ ਸਵਾਲ ਤੁਹਾਡਾ, ਅਸੀਂ ਘੱਟੋ ਘੱਟ ਇਹ ਚੀਜ਼ ਮਤਲਬ ਡਿਸਕਸ਼ਨ ਦੇ ਵਿੱਚ ਸਹਿਮਤ ਨਹੀਂ ਹੈਗੇ। ਧਨੇਰ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ। ਧਨੇਰ ਸਾਹਿਬ ਜਿਸ ਮਾਮਲੇ ਤੇ ਮੈਂ ਸਵਾਲ ਕੀਤਾ, ਮੇਰੀ ਬੇਨਤੀ ਹੈ ਉਸ ਮੁੱਦੇ ਤੇ ਜ਼ਰੂਰ ਮੈਂ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਕਿ ਕਿਹੋ ਜਿਹੀ ਸਥਿਤੀ ਹੈ
ਕਿੱਦਾਂ ਦੀ ਮਦਦ ਪਹੁੰਚਾ ਰਹੇ ਹੋ, ਚਾਹੇ ਲੰਗਰ ਦੀ ਗੱਲ ਹੈ, ਦੇਖੋ, ਚਾਹੇ ਅਸੀਂ- ਪਸ਼ੂਆਂ ਦੇ ਚਾਰੇ ਦੀ ਗੱਲ ਹੈ, ਉਹਨਾਂ ਦੀ ਹੋਰ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਬਾਬੀ ਬਾਦਲ ਜੀ ਨੂੰ, ਇਹ ਦੱਸਣ ਜਿੱਥੇ ਪਸ਼ੂਆਂ ਨੂੰ ਚਾਰੇ ਦੀ ਲੋੜ ਸੀ, ਦਾਣੇ ਦੀ ਲੋੜ ਸੀ, ਮੰਨ ਲਓ ਹਰਾ ਚਾਰਾ ਨਹੀਂ, ਪਸ਼ੂ ਜਿੱਥੇ ਭੁੱਖੇ ਖੜੇ ਨੇ, ਸਰਕਾਰ ਨੇ ਦਾਣੇ ਦੀ ਵੰਡ ਕਿੰਨੀ ਕੁ ਕਰਤੀ ਉੱਥੇ? ਲੋਕ ਜਿਹੜੇ ਆਪ ਮਤਲਬ ਜਿਹੜੀਆਂ ਸੰਸਥਾਵਾਂ ਨੇ ਉਹ ਲੋਕਾਂ ਦੇ ਖਾਣ ਵਾਸਤੇ ਤਾਂ ਪਸ਼ੂਆਂ ਦੇ ਖਾਣ ਵਾਸਤੇ ਸਰਕਾਰ ਨੇ ਕੀ ਪ੍ਰਬੰਧ ਕੀਤਾ ਹੜ੍ਹ ਪੀੜਤ ਏਰੀਏ ਦੇ ਵਿੱਚ? ਉਹਦਾ ਬਿਲਕੁਲ ਇਹਨਾਂ ਨੇ ਜਵਾਬ ਨਹੀਂ ਦਿੱਤਾ। ਅਸੀਂ ਲੋਕਾਂ ਨੂੰ ਕਹਿ ਸੁਣ ਕੇ ਜਿੰਨਾ ਕੁ ਵੀ ਅੱਜ ਵੀ ਅਸੀਂ 4-5 ਟਰਾਲੇ ਜਿਹੜੇ ਲੈ ਕੇ ਚੱਲੇ ਆ ਚਾਰ ਦੇ ਫਿਰੋਜ਼ਪੁਰ ਦੇ ਫਾਜ਼ਿਲਕਾ ਏਰੀਏ ਦੇ ਵਿੱਚ ਅਸੀਂ ਵੰਡ ਕੇ ਆਵਾਂਗੇ ਜਿੱਥੇ ਪਾਣੀ ਆ। ਉਹਦਾ ਸਵਾਲ ਦਾ ਜਵਾਬ ਅਜੇ ਆਇਆ ਨਹੀਂ ਕਿ ਮੈਂ ਕਹੂੰਗਾ ਸਰਕਾਰ ਕੋਲੇ ਜਿਹੜੇ ਹੈਗੇ ਜਿਹੜੇ ਪਸ਼ੂ ਭੁੱਖੇ ਆ, ਪਸ਼ੂ ਭੁੱਖਿਆਂ ਨੂੰ ਤੂੜੀ ਜਾਂ ਉਹਨਾਂ ਨੂੰ ਦਾਣਾ ਭੇਜਣਾ ਚਾਹੀਦਾ, ਉਹ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ। ਜੀ ਜੀ, ਆਪਾਂ ਜਵਾਬ ਲੈਣੇ ਆ। ਬੱਬੀ ਬਾਦਲ, ਵੱਡਾ ਸਵਾਲ ਹੈ ਜਿੱਥੋਂ ਤੱਕ ਮਾਨਵ ਦੀ ਮਨੁੱਖ ਦੀ ਗੱਲ ਹੈ ਉਹ ਤਾਂ ਹੈ ਹੀ ਹੈ। ਜਿਹੜੀਆਂ ਸਮੱਸਿਆਵਾਂ ਉਹ ਕਹਿੰਦੇ ਜਿਹੜੇ ਡੰਗਰ ਹੈਗੇ ਆ ਉਹਨਾਂ ਲਈ ਹਰੇ ਚਾਰੇ ਦੀ ਗੱਲ ਹੈ, ਤੂੜੀ ਦੀ ਗੱਲ ਹੈ, ਵਾਕਈ ਬਹੁਤ ਵੱਡੀ ਇੱਕ ਸਮੱਸਿਆ ਹੈ। ਤੁਸੀਂ ਸਰਕਾਰ ਦੀ ਨੁਮਾਇੰਦਗੀ ਕਰਦੇ ਹੋ, ਕਿਸਾਨ ਆਗੂ ਦਾ ਕਹਿਣਾ ਕਿ ਮੈਂ ਵਾਜਬ ਸਵਾਲ ਉਠਾ ਰਿਹਾ ਇਸ ਮੁੱਦੇ ਤੇ, ਸਰਕਾਰ ਦੀ ਕੀ ਗੱਲ ਹੈ, ਜੇ ਕੀ ਪਹੁੰਚ ਹੈ, ਜੇ ਕੀ ਅਪਣਾਈ ਜਾ ਸਕਦੀ ਹੈ ਪਹੁੰਚ, ਸਾਨੂੰ ਜਵਾਬ ਆਉਣਾ ਚਾਹੀਦਾ। ਮੈਂ ਸਿੱਧੂ ਸਾਹਿਬ ਪਹਿਲਾਂ ਧੰਨਵਾਦ ਕਰਦਾ ਧਨੇਰ ਸਾਹਿਬ ਦਾ ਕਿ ਉਹ ਫਿਰੋਜ਼ਪੁਰ ਫਾਜ਼ਿਲਕਾ ਏਰੀਏ ਵਿੱਚ ਬਹੁਤ ਜ਼ਰੂਰੀ ਜਿਹੜਾ ਹਰਾ ਚਾਰਾ ਪਸ਼ੂਆਂ ਵਾਸਤੇ ਲੈ ਕੇ ਜਾ ਰਹੇ ਨੇ। ਮੈਂ ਪਹਿਲਾਂ ਵੀ ਧੰਨਵਾਦ ਕੀਤਾ ਸਾਰੇ ਸਮਾਜ ਸੇਵੀ ਔਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੰਮ ਕਰ ਰਹੀਆਂ। ਮੈਂ ਧਨੇਰ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਫਿਰੋਜ਼ਪੁਰ ਜ਼ਿਲ੍ਹੇ ਨੂੰ 22 ਕਰੋੜ 44 ਲੱਖ ਰੁਪਈਆ ਡੀਸੀ ਨੂੰ ਭੇਜਿਆ ਹੈ। ਕਿਰਪਾ ਕਰਕੇ ਡੀਸੀ ਨਾਲ ਕੰਟੈਕਟ ਕਰੋ, ਨਹੀਂ ਡਿਬੇਟ ਤੋਂ ਬਾਅਦ ਮੈਂ ਕਰਦਾ। ਉਹਨਾਂ ਨੂੰ 22 ਕਰੋੜ ਇਸੇ ਲਈ ਦਿੱਤਾ ਹੈ ਕਿ ਤੁਸੀਂ ਵੱਖ-ਵੱਖ ਪਾਸੇ ਉਹਨਾਂ ਦੇ ਪ੍ਰਬੰਧ ਵਾਸਤੇ ਪੈਸੇ ਭੇਜ ਸਕੋ। ਨੰਬਰ 2 ਦੀ ਗੱਲ ਹੈ ਕਿ ਮੈਂ ਇਹ ਵੀ ਬੇਨਤੀ ਹੈ ਕਿ ਦੇਖੋ ਪੰਜਾਬ ਦੇ ਵਿੱਚ ਜਿੰਨੀ ਤਰਾਸਦੀ ਬਣੀ ਸੀ, ਕੱਲਾ ਸਰਕਾਰ ਦਾ ਨਜਿੱਠਣ ਦਾ ਇੰਨੀ ਤਾਕਤ ਹੈ ਨਹੀਂ ਸੀ। ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਔਖੇ ਟਾਈਮ ਵਿੱਚ ਜਿਨ੍ਹਾਂ ਨੇ ਵੀ ਬਾਂਹ ਫੜੀ ਹੈ। ਲੇਕਿਨ ਮੈਂ ਫੇਰ ਕਹਿੰਦਾ ਕਿ ਦੇਖੋ ਰਾਜਨੀਤੀ ਫੇਰ ਵੀ ਹੋ ਸਕਦੀ ਹੈ ਔਰ ਰਾਜਨੀਤੀ ਜਿਹੜੀ ਹੈ ਉਹ ਘੱਟੋ ਘੱਟ ਅੱਜ ਦੀ ਜਿਹੜੇ ਔਖੇ ਸਮੇਂ ਵਿੱਚ ਨਹੀਂ ਹੋਣੀ ਚਾਹੀਦੀ। ਥੈਂਕ ਯੂ ਬੱਬੀ ਬਾਦਲ, ਤੁਹਾਡਾ ਜਵਾਬ ਆ ਗਿਆ। ਕਿਸਾਨ ਆਗੂ ਨੂੰ ਮੈਂ ਗੋਸ਼ਾ ਜੀ ਤੋਂ ਇਸ ਮੁੱਦੇ ਤੇ, ਗੋਸ਼ਾ ਜੀ ਇਸ ਮਾਮਲੇ ਤੇ ਗੱਲ ਕੀਤੀ ਜਾ ਰਹੀ ਹੈ। ਦੇਖੋ ਫਿਰ ਇਹ ਇਸ਼ੂ ਇਹੀ ਆਉਂਦਾ ਕਿ ਕੇਂਦਰ ਵੱਲੋਂ ਮਦਦ ਜਾਰੀ ਕਰਨ ਦਾ ਸਵਾਲ, ਆਪਦੇ ਬੁਲਾਰੇ ਉਹਨਾਂ ਦਾ ਕਹਿਣਾ ਕਿ ਜੇ ਕੇਂਦਰ ਮਦਦ ਕਰੇਗਾ ਤਾਂ ਪੰਜਾਬ ਜਿਹੜੇ ਸੰਕਟ ਜੋ ਸੌਖਿਆਂ ਬਾਹਰ ਆ ਸਕਦਾ ਹੈ। ਕੀਤੀ ਵੀ ਹੈ ਤੇ ਕਰਾਂਗੇ ਵੀ। ਮੈਂ ਤੁਹਾਡੇ ਤੱਥ ਦੱਸਣ ਲੱਗਾ। ਅਰੁਣਾਚਲ ਪ੍ਰਦੇਸ਼ ਨੂੰ 110 ਕਰੋੜ ਦਿੱਤਾ, ਠੀਕ ਹੈ, ਛੱਤੀਸਗੜ੍ਹ ਨੂੰ 181 ਕਰੋੜ ਦਿੱਤਾ, ਹਰਿਆਣੇ ਨੂੰ 216 ਕਰੋੜ ਦਿੱਤਾ, ਕੇਰਲਾ ਨੂੰ 138 ਕਰੋੜ ਦਿੱਤਾ, ਮਨੀਪੁਰ ਨੂੰ 18 ਕਰੋੜ ਦਿੱਤਾ, ਮੇਘਾਲਿਆ ਨੂੰ 27 ਕਰੋੜ ਦਿੱਤਾ, ਸਭ ਤੋਂ ਘੱਟ ਗੋਆ ਨੂੰ 4 ਕਰੋੜ 80 ਲੱਖ ਦਿੱਤਾ। ਜਿਹੜੀ ਆਪਦਾ ਜਿੱਦਾਂ ਦੀ ਹੁੰਦੀ ਉਦਾਂ ਦਾ ਫੰਡ ਹੁੰਦਾ। ਇਹ ਪਹਿਲੀ ਕਿਸ਼ਤ ਹੈ, ਅਸੀਂ ਇਹਦੇ ਅਸੈਸਮੈਂਟ ਨਹੀਂ ਕੀਤੀ ਸੀ। ਇਹ ਫਰਜ਼ ਬਣਦਾ ਸੀ ਵੀ ਪਹਿਲੀ ਕਿਸ਼ਤ ਭੇਜਣੀ ਜ਼ਰੂਰੀ ਸੀ। ਜਿੱਥੇ ਰਹਿ ਗਈ ਗੱਲ ਪੰਜਾਬ ਦੀ, ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮੈਂ ਸਮਝਦਾ ਗੈਰ ਜ਼ਿੰਮੇਵਾਰ ਤਰੀਕੇ ਦੇ ਨਾਲ ਸਿਰਫ ਭਗਵੰਤ ਮਾਨ ਜੀ ਬਿਆਨ ਦੇ ਰਿਹਾ। ਜੇ ਮੈਂ ਇੱਕ ਗੱਲ ਕਹਿਦਾ, ਜਿਹੜੀ ਇਹ ਕਹਿੰਦੇ ਵੀ ਕੁਦਰਤੀ ਆਪਦਾ ਨੂੰ ਅਨਾਉਂਸ ਹੋਣਾ ਚਾਹੀਦਾ, ਠੀਕ ਹੈ, ਪਰ ਜਿਹੜੀ ਪੈਸਾ ਹੁਸ਼ਿਆਰਬਾਜ਼ੀ 'ਚ ਲੱਗ ਰਿਹਾ, ਜਿਹੜਾ ਪੈਸਾ ਜਹਾਜ਼ਾਂ ਦੇ ਸੈਰਾਂ 'ਚ ਲੱਗ ਰਿਹਾ ਇਹਨਾਂ ਦਿਨਾਂ 'ਚ ਹੀ, ਤੇ ਉਹ ਜੇ ਪੈਸਾ ਜੇ ਆਪਾਂ ਆਪਦਾ ਦੇ ਵਿੱਚ ਲਾਵਾਂਗੇ ਤੇ ਲੋਕਾਂ ਨੂੰ ਸੁੱਖ ਮਿਲੂਗਾ। ਮੈਂ ਧੰਨਵਾਦ ਕਰਦਾ ਦੁਬਾਰਾ, ਜਿੱਦਾਂ ਉਹਨਾਂ ਨੇ ਵੀ ਧੰਨਵਾਦ ਕੀਤਾ, ਮੈਂ ਵੀ ਧੰਨਵਾਦ ਕਰਦਾ ਕਿ ਸਰਕਾਰ ਦੀ ਕਾਰਜਕਾਰੀ ਬਿਲਕੁਲ ਢਿੱਲੀ ਰਹੀ, ਪਰ ਲੋਕਾਂ ਨੇ ਜਿੱਦਾਂ ਆਪਣੀ ਵਿਰਾਸਤ ਹੈ ਸਾਡੀ, ਅਸੀਂ ਗੁਰਦੁਆਰਿਆਂ 'ਚੋਂ, ਮੰਦਿਰਾਂ 'ਚੋਂ, ਕਮੇਟੀਆਂ 'ਚੋਂ, NGOs 'ਚੋਂ ਸੇਵਾ ਕਰਨ ਨੂੰ ਤੁਰ ਪੈਂਦੇ ਆ, ਚਾਹੇ ਆਪਣੇ ਘਰ ਵੀ ਆਪਦਾ ਆਈ ਹੋਵੇ, ਤੇ ਉਹਨਾਂ ਨੇ ਅੱਜ ਵੀ ਕੀਤਾ। ਪਰ ਸਰਕਾਰ ਹਰ ਕੰਮ ਤੇ ਫੇਲ ਹੈ ਜੀ। ਗੁਰਸੇ ਜੀ ਇੱਕ ਸਵਾਲ ਸਰਕਾਰ ਦੀ ਫੇਲਿਅਰ ਦਾ ਆਪਾਂ ਜਵਾਬ ਵੀ ਮੰਗਾਂਗੇ। ਬਿਲਕੁਲ ਤੁਹਾਡਾ ਸਵਾਲ ਆਪਣੀ ਜਗ੍ਹਾ ਤੇ ਵਾਜਬ ਹੋਏਗਾ, ਪਰ ਜੋ ਕਿਸਾਨ ਆਗੂ ਨੇ ਸਵਾਲ ਕੀਤਾ ਉਹ ਕਹਿੰਦਾ ਕਿ ਜਿਸ ਤਰ੍ਹਾਂ ਦੀ ਤਰਾਸਦੀ ਹੈ, ਕੇਂਦਰ ਵੱਲੋਂ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਣਾ ਚਾਹੀਦਾ। ਦੇਖੋ ਜਿਹੜੇ ਅੰਕੜੇ ਹੈਗੇ ਉਹ ਅੰਕੜਿਆਂ ਦੇ ਮੁਤਾਬਕ ਕਿਸਾਨ ਆਗੂ ਨੇ ਵੀ ਕਿਹਾ, ਮੀਡੀਆ 'ਚ ਵੀ ਆ ਰਿਹਾ ਕਿ ਗੁਜਰਾਤ ਦੀ ਬਹੁਤ ਵੱਡੀ ਮਦਦ ਕੀਤੀ ਗਈ ਹੈ, ਹਿਮਾਚਲ ਦੀ ਹੈ, ਦੂਜੇ ਸੂਬਿਆਂ ਦੀ ਹੈ। ਉਸ ਮੁਕਾਬਲੇ 'ਚ ਪੰਜਾਬ ਪੈਕੇਜ ਦਾ ਇਸ ਕਰਕੇ ਹੱਕਦਾਰ ਹੈ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ, ਜੋ ਕਿਸਾਨ ਆਗੂ ਕਹਿ ਰਹੇ। ਬਿਲਕੁਲ ਸਿੱਧੂ ਸਾਹਿਬ, ਅਸੀਂ ਪੰਜਾਬ ਦੀ ਰਾਖੀ ਲਈ ਬੈਠੇ ਹਾਂ, ਅਸੀਂ ਪੰਜਾਬੀ ਹਾਂ। ਸਭ ਤੋਂ ਪਹਿਲਾਂ ਆਪਣੀ ਸਟੇਟ ਦੀ ਗੱਲ ਕਰਾਂਗੇ। ਬਿਲਕੁਲ ਅਸੀਂ ਕੇਂਦਰ ਸਰਕਾਰ ਤੱਕ ਵੀ ਆਪਣੀ ਪਹੁੰਚ ਕੀਤੀ ਹੋਈ ਹੈ, ਮਿਲ ਵੀ ਆਏ ਆ, ਤੇ ਅਸੀਂ ਵੱਧ ਤੋਂ ਵੱਧ ਫੰਡ ਜਾਰੀ ਕਰਾਵਾਂਗੇ। ਪਰ ਇੱਕ ਚੀਜ਼ ਦਾ ਮੈਨੂੰ ਜਵਾਬ ਦੇਣਾ ਆਮ ਆਦਮੀ ਪਾਰਟੀ ਵਾਲੇ, ਦੇਖੋ ਇਹ ਇੱਕ ਗਰਦਾਵਰੀ, ਇਹ ਕਹਿੰਦੇ ਸੀਗੇ ਵੀ ਦਿੱਲੀ 'ਚ ਅਸੀਂ ਗਰਦਾਵਰੀ ਨਹੀਂ ਕਰਦੇ। ਇਹ ਕਹਿੰਦੇ ਸੀ ਦਿੱਲੀ 'ਚ ਗਰਦਾਵਰੀ ਨਹੀਂ ਕਰਦੇ, ਕੇਜਰੀਵਾਲ ਸਾਹਿਬ 20,000 ਰੁਪਏ ਆਪਣੇ ਕੋਲ ਟਾਈਮ ਹੈ ਨਹੀਂ। ਇਹ ਦੱਸ ਦੇਣ ਵੀ ਇਹ ਸਪੈਸ਼ਲ ਗਰਦਾਵਰੀ ਕਿਹੜੀ ਆ ਗਈ। ਪਹਿਲਾਂ ਤਾਂ ਤੁਸੀਂ ਗਰਦਾਵਰੀ ਤੋਂ ਕੀਤੇ ਬਗੈਰ 20,000 ਕਰੋੜ ਪਾ ਦਿੰਦੇ, 20,000 ਪਾ ਦਿੰਦੇ ਜੀ।
ਥੈਂਕ ਯੂ ਕੁਸ਼ਲ ਜੀ। ਮੈਂ ਕਿਸਾਨ ਆਗੂ ਰਮਿੰਦਰ ਜੀ ਵੀ ਸਾਡੇ ਨਾਲ ਬਣੇ। ਰਮਿੰਦਰ ਜੀ, ਲਾਸਟ ਕਮੈਂਟ ਮੈਂ ਬਾਕੀ ਮਹਿਮਾਨਾਂ ਤੋਂ ਵੀ ਇਸ ਤਰ੍ਹਾਂ ਸੰਖੇਪ 'ਚ ਕਮੈਂਟ ਲਵਾਂਗਾ ਜਿਨ੍ਹਾਂ ਨੇ ਗੱਲ ਕਰਨੀ ਆਪਣੀ। ਜਿਸ ਮੁੱਦੇ ਤੇ ਗੱਲ ਗਿਰਦਾਵਰੀ ਦੀ ਗੱਲ ਕਰਦੇ, ਵਿਸ਼ੇਸ਼ ਪੈਕੇਜ ਦੀ ਗੱਲ ਕਰਦੇ ਹੋ, ਕਿੰਨਾ ਕੁ ਇਸ ਵੇਲੇ ਪੰਜਾਬ ਨੂੰ ਬਹੁਤ ਵੱਡੀ ਜ਼ਰੂਰਤ ਹੈ ਇਸ ਤਰਾਸਦੀ ਦੇ ਵਿੱਚ? ਦੇਖੋ ਸਿੱਧੂ ਸਾਹਿਬ, 1000 ਕਰੋੜ ਰੁਪਈਆ ਚਾਹੀਦਾ, 10,000 ਕਰੋੜ ਰੁਪਈਆ ਤਾਂ ਅਸੀਂ ਪੰਜਾਬ ਦੇ ਸਾਰੇ ਪੰਜਾਬ ਦੇ ਭਾਜਪਾ ਦੇ ਐਮਐਲਏ ਨੂੰ ਦਿੱਤਾ। ਔਰ ਇਸ ਮਾਮਲੇ 'ਚ ਜਦੋਂ ਨੂੰ ਇਹ ਅਨਾਉਂਸਮੈਂਟ ਆ, ਇਹ ਕਿਤਾ ਡੇਟ ਹੋਣੇ, ਇਹਦੇ ਨਾਲ ਲੋਕਾਂ ਦਾ ਵਿਸ਼ਵਾਸ ਟੁੱਟਿਆ ਆ। ਬਾਕੀ ਮੈਂ ਸਿਰਫ ਬੱਬੀ ਬਾਦਲ ਜੀ ਨੂੰ ਇੱਕੋ ਗੱਲ ਕਹਿਣੀ ਆ, ਉਹ ਕਹਿੰਦੇ ਵੀ ਆਮ ਘਰ ਦਾ ਮੁੰਡਾ ਬਣਿਆ। ਜੇ ਪਹਿਲਿਆਂ ਨੇ ਗਲਤੀਆਂ ਕੀਤੀਆਂ ਨਾ, ਬੱਬੀ ਬਾਦਲ ਜੀ ਤਾਂ ਲੋਕਾਂ ਨੇ ਪਹਿਲੇ ਕਰਕੇ ਸਾਹਮਣੇ ਕਿਰਪਾ ਕਰਕੇ ਤੁਸੀਂ ਨਾ ਕਰੋ ਗਲਤੀਆਂ। ਬਿਲਕੁਲ ਜਿਹੜਾ ਹੈਗਾ ਠੀਕ ਹੈ। ਰਵਿੰਦਰ ਜੀ, ਤੁਹਾਡੀ ਗੱਲ ਆ ਗਈ। ਆਪਾਂ ਸਾਡੇ ਨਾਲ ਹਰਜੀਤ ਭੁੱਲਰ ਸੰਖੇਪ ਜੀ 2 ਲੈਣਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਹਰਜੀਤ ਭੁੱਲਰ ਜੀ। ਜੀ ਮੈਂ ਸਿਰਫ ਆਖਰੀ ਗੱਲ ਕਹੀ ਹੈ, ਗੰਦੌਰੀ ਚੰਗੇ ਢੰਗ ਨਾਲ ਹੋਈ ਸੀ। ਸਿਹਤ ਮੰਤਰੀ ਕੁਲਬੀਰ ਸਿੰਘ ਉਹਨਾਂ ਨੂੰ ਦੱਸਿਆ ਸੀ, ਜਿਤਨ ਸਿੰਘ ਜੋੜੋ ਬਾਜਰੇ ਉਹਨਾਂ ਨੂੰ ਵੀ ਦੱਸਿਆ, ਸਾਰੇ ਪੰਜਾਬ ਨੂੰ ਦੱਸਿਆ। ਕੋਈ ਥੱਲੇ ਢੰਗ ਨਾਲ ਜਾ ਨਹੀਂ ਰਿਹਾ। ਸਰਕਾਰ ਨੂੰ ਇਸ ਤੇ ਸਪੈਸ਼ਲ ਮੁਲਾਜ਼ਮ ਲਾ ਕੇ ਇਹਨਾਂ ਦੇ ਕੰਮ ਨਿਬੇੜਨਾ ਚਾਹੀਦਾ। ਨਹੀਂ ਤਾਂ ਫਿਰ ਇਹ ਹੋਊਗਾ ਵੀ ਜਿਨ੍ਹਾਂ ਦਾ ਝੋਨਾ ਖਰਾਬ ਹੋ ਗਿਆ ਉਹਨਾਂ ਨੇ ਜਵਾਬ ਕੌਣ, ਉਹ ਆਉਣਾ ਹੀ ਨਹੀਂ ਕਿਸੇ ਗੱਲ 'ਚ। ਉਸ ਦੀ ਪੰਚਾਇਤ ਤੇ ਲੋਕਾਂ ਦੀ ਗਵਾਹੀ ਨੂੰ ਸਬੂਤ ਮੰਨਿਆ ਜਾਵੇ। ਔਰ ਬਾਕੀ ਬਹੁਤ ਸਾਰੀਆਂ ਹੋਰ ਗੱਲਾਂ ਨੇ। ਓਕੇ, ਥੈਂਕ ਯੂ ਵੈਰੀ ਮਚ। ਬਿਲਕੁਲ ਹਰਜੀਤ ਭੁੱਲਰ 2 ਲਾਈਨਾਂ ਦਾ ਕਮੈਂਟ। ਆਪਾਂ ਫਿਰ ਬੱਬੀ ਬਾਦਲ ਉਹਨਾਂ ਤੋਂ ਜਵਾਬ ਲੈਣਾ ਚਾਹਾਂਗੇ। ਹੈਗੀ ਹੈ ਕਿ ਮੇਰੇ ਸਿੱਧੇ ਸਵਾਲਾਂ ਦਾ ਸਾਡੇ ਕਿਸਾਨ ਆਗੂ ਨੂੰ ਬੜਾ ਸੇਕਾ ਲੱਗਾ ਹੈ। ਮੈਂ ਮਾਫੀ ਚਾਹੁੰਦਾ ਕਿ ਜੇ ਮੈਂ ਗਲਤ ਕੁਝ ਬੋਲਿਆ ਹੋਵੇ, ਚਲੋ, ਲੇਕਿਨ ਅਸੀਂ ਤੇ ਸਰਕਾਰ ਨੂੰ ਸਵਾਲ ਕਰਨੇ ਹੈ। ਠੀਕ ਹੈ। ਔਰ ਜਿੱਥੇ ਕੋਈ ਦੂਜਾ ਗਲਤ ਹੋਊਗਾ ਤੁਸੀਂ ਸਾਨੂੰ ਸਵਾਲ ਕਰਦੇ ਹੋ, ਅਸੀਂ ਜਵਾਬ ਦਿੰਦੇ ਆ ਤੇ ਅਸੀਂ ਉੱਥੇ ਵੀ ਸਵਾਲ ਕਰਾਂਗੇ ਔਰ ਠੋਕ ਕੇ ਕਰਾਂਗੇ। ਦੂਸਰੀ ਗੱਲ, ਜਿੱਥੇ ਤੱਕ ਗਰਦੌਰੀਆਂ ਦੀ ਗੱਲ ਹੈ, ਗਰਦੌਰੀਆਂ ਦੀ ਗੱਲ ਇਲੈਕਸ਼ਨਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਨਹੀਂ ਕੀਤੀ ਸੀ, ਨਾ ਕੇਜਰੀਵਾਲ ਨੇ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀ ਗਰਦੌਰੀਆਂ ਹੁੰਦੀਆਂ ਰਹਿਣਗੀਆਂ, 20,000 ਰੁਪਇਆ ਜਿਹੜਾ ਅਸੀਂ ਲੋਕਾਂ ਦੇ ਖਾਤਿਆਂ 'ਚ ਪਾ ਦਾਂਗੇ, 50,000 ਰੁਪਇਆ ਅਸੀਂ ਲੋਕਾਂ ਦੇ ਖਾਤਿਆਂ 'ਚ ਪਾ ਦਾਂਗੇ, ਕਿਸਾਨਾਂ ਦੇ ਖਾਤਿਆਂ 'ਚ ਪਾ ਦਾਂਗੇ। ਗੱਲ ਇਹ ਹੈ ਵੀ ਇਹ ਮੁੱਕਰੇ ਨੇ ਔਰ ਅਸੀਂ ਮੁਕਰਨ ਨਹੀਂ ਦੇਣੇ, ਅਸੀਂ ਸਵਾਲ ਕਰਨੇ ਆ ਔਰ ਕਰਦੇ ਰਹਾਂਗੇ। ਥੈਂਕ ਯੂ ਵੈਰੀ ਮਚ। ਆਪਾਂ ਜਵਾਬ ਬਣ ਕੇ ਠੋਕ ਕੇ ਉਹ ਸਵਾਲ ਕਰਾਂਗੇ। ਥੈਂਕ ਯੂ ਬੱਬੀ ਬਾਦਲ ਜੀ। ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਤੁਹਾਡੇ ਪੁਆਇੰਟਸ ਗਿਰਦਾਵਰੀ ਦੀ ਗੱਲ ਹੈ, ਸਪੈਸ਼ਲ ਪੈਕੇਜ ਦੀ ਗੱਲ ਹੈ। ਹਰਜੀਤ ਭੁੱਲਰ ਹੋਣੀ ਕਹਿੰਦੇ ਕਿ ਵਿਰੋਧੀ ਧਿਰਾਂ ਤਾਂ ਸਵਾਲ ਪੁੱਛਣੀਆਂ ਕਿਉਂਕਿ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ ਜੀ। ਜਿੱਥੋਂ ਤੱਕ ਗਿਰਦਾਵਰੀ ਦਾ ਸਵਾਲ ਹੈ, ਦਿੱਲੀ ਦੀ ਗੱਲ ਚੱਕੀ ਤਾਂ ਮੈਂ ਗੋਸ਼ਾ ਜੀ ਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਵਿੱਚ ਖੇਤੀ ਹੁੰਦੀ ਬਹੁਤ ਘੱਟ ਹੈ। ਤੁਸੀਂ ਦਿੱਲੀ ਜਿਹੜਾ ਹੈਗਾ, ਦਿੱਲੀ ਦੇ ਵਿੱਚ ਤਾਂ ਉਂਗਲਾਂ ਤੇ ਗਿਣੇ ਜਾ ਸਕਦੇ ਹੈ ਕਿੰਨੇ ਕੁ ਕਿਸਾਨ ਹੈ, ਤੇ ਪੰਜਾਬ ਨਾਲ ਤੁਸੀਂ ਦਿੱਲੀ ਨੂੰ ਨਹੀਂ ਮਿਲਾ ਸਕਦੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੇ ਗਿਰਦਾਵਰੀ, ਸਪੈਸ਼ਲ ਗਿਰਦਾਵਰੀ ਕਰਨੀ ਜ਼ਰੂਰੀ ਹੈ। ਇੱਕ ਪਰਿਵਾਰ ਦੀ ਪਤਾ ਲੱਗਣਾ ਚਾਹੀਦਾ ਕਿੰਨਾ ਨੁਕਸਾਨ ਹੋਇਆ। ਨੰਬਰ 2 ਦੀ ਅਖੀਰੀ ਗੱਲ ਹੈ ਜੀ ਕਿ ਕਿਸਾਨਾਂ ਦੇ ਜਿੰਨੇ ਬਹੁਤੇ ਮੁੱਦੇ ਹੈ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ, ਚਾਹੇ ਉਹ MSP ਫਿਕਸ ਕਰਨ ਦਾ ਹੋਵੇ, ਚਾਹੇ ਉਹ ਪੈਕੇਜ ਇਕਨੋਮਿਕ ਪੈਕੇਜ ਦਾ ਹੋਵੇ, ਚਾਹੇ ਉਹ ਕਿਸਾਨੀ ਪ੍ਰੋਡਿਊਸ ਨੂੰ ਬਾਕੀ ਸੂਬਿਆਂ ਵਿੱਚ ਭੇਜਣ ਦਾ ਹੋਵੇ। ਬੱਬੀ ਬਾਦਲ, ਸਾਡੇ ਕੋਲ ਸਮਾਂ ਨਹੀਂ ਬਿਲਕੁਲ, ਚਾਹੇ ਕੇਂਦਰ ਨਾਲ ਸੰਬੰਧਿਤ ਹੈ। ਇੱਕ ਸਵਾਲ ਜਿਹੜਾ ਸ਼ਾਇਦ ਕਿਸਾਨ ਵੀ ਉਹ ਸਵਾਲ ਨਾਲ ਸਹਿਮਤ ਹੋਣਗੇ, ਚਾਹੇ ਜ਼ਿੰਮੇਵਾਰੀ ਕੇਂਦਰ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ, ਪੰਜਾਬ ਵੀ ਕੇਂਦਰ ਦਾ ਹਿੱਸਾ ਤੇ ਕੇਂਦਰ ਪੰਜਾਬ ਦਾ ਹਿੱਸਾ ਹੈ। ਜਿੱਡੀ ਵੱਡੀ ਤਰਾਸਦੀ ਹੈ, ਕੇਂਦਰ ਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ, ਮੇਣੋ ਮੇਣੀ ਹੋਣ ਦੀ ਬਜਾਏ। ਬਿਲਕੁਲ ਮਿਲ ਕੇ ਹੋਣਾ ਚਾਹੀਦਾ ਹੈ ਸਿੱਧੂ ਸਾਹਿਬ, ਲੇਕਿਨ ਡੁੱਬੀ ਤਾਂ ਜੇ ਸਾਹ ਨਾ ਆਇਆ। ਸਾਨੂੰ ਤਾਂ ਇੰਨਾ ਮਾੜਾ ਸਮਝਦੇ ਆ ਕੇਂਦਰ ਵਾਲੇ। ਦੇਖੋ ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੀ ਪਾਵਰ ਲੈ ਕੇ ਲੈਫਟੀਨੈਂਟ ਗਵਰਨਰ ਨੂੰ ਦੇਤੀ। ਚਲੋ ਆਪਾਂ ਉਸ ਮੁੱਦੇ ਤੇ ਹੁਣ ਪੰਜਾਬ ਦੇ ਗਵਰਨਰ ਸਾਡੀ ਸਰਕਾਰ ਫੇਲ ਕਰਨ ਵਾਸਤੇ ਕੰਮ ਕਰ ਰਹੇ ਹਨ। ਗਿਰਦਾਵਰੀ ਦੇ ਮੁੱਦੇ ਤੇ ਇੱਕ ਸਵਾਲ ਜਿਹੜਾ ਕਿਸਾਨ ਆਗੂਆਂ ਵੱਲੋਂ 1 ਲਾਈਨ ਦਾ ਕਮੈਂਟ, ਕਿਉਂਕਿ ਆਪਾਂ ਸਮਾਂ ਬਿਲਕੁਲ ਸਮਾਪਤੀ ਵਾਲਾ ਹੈ। ਗਿਰਦਾਵਰੀ ਦੇ ਮੁੱਦੇ ਤੇ ਕੀ ਕਹਿੰਦੇ ਹੋ? ਕਿਉਂਕਿ ਕਈ ਕਿਸਾਨ ਆਗੂਆਂ ਦਾ ਕਹਿਣਾ ਕਿ ਗਿਰਦਾਵਰੀ ਕਿਤੇ ਹੋਈ ਨਹੀਂ ਹੈ। ਨਹੀਂ ਜੀ ਨਹੀਂ, ਗਿਰਦਾਵਰੀ ਤਾਂ ਖਤਮ ਹੋਣ ਵਾਲੀ ਹੈ। ਗਿਰਦਾਵਰੀ ਖਤਮ ਹੋਣ ਵਾਲੀ ਹੈ। ਦੇਖੋ ਇਹ ਤਾਂ ਚਲੋ ਕਿਸਾਨ ਆਗੂ ਬੈਠੇ ਨੇ ਦੱਸ ਦੇਣਗੇ ਵੀ ਹਾਂ ਸ਼ੁਰੂਆਤ ਕੀਤੀ ਗਿਰਦਾਵਰੀਆਂ ਦੀ। ਹੁਣ ਗਿਰਦਾਵਰੀ ਕਰਨ ਆਇਆ ਦੱਸ ਮੰਦਰ ਦੇ ਵਿੱਚ ਟੱਲ ਵਜਾ ਕੇ ਥੋੜਾ ਅਸੀਂ ਗਿਰਦਾਵਰੀਆਂ ਕਰਦੇ ਹਾਂ। ਪਤਾ ਨਹੀਂ ਫਿਰ ਕਿਤੇ ਉਹਦੀ ਬੈਠੇ ਹੋਗੇ ਕਿਤੇ ਓਕੇ ਚਲੋ ਹੋਰੇ 'ਚ ਬਹਿ ਕੇ ਕਰ ਰਹੇ ਹੋਗੇ, ਹਵਾਈ ਜਹਾਜ਼ 'ਚ ਕਰਦੇ ਹੋਣਗੇ, ਹਵਾਈ ਜਹਾਜ਼ 'ਚ ਕਰਦੇ ਹੋਣਗੇ। ਚਲੋ ਥੈਂਕ ਯੂ ਵੈਰੀ ਮਚ। ਹੋਈ ਆ ਪਿੰਡਾਂ 'ਚ ਫੱਲੋ ਜ਼ਮੀਨੀ ਹਕੀਕਤ ਹੈ। ਅਸੀਂ ਮਰਜ਼ੀਆਂ ਤੱਕ ਨੂੰ ਤੁਹਾਨੂੰ ਦੱਸਿਆ ਆ। ਇਸ ਕਰਕੇ ਇਸ ਮਾਮਲੇ ਨੂੰ ਚੈੱਕ ਕਰੋ। ਜੇ ਮੁਆਵਜ਼ਾ
ਪੱਖਪਾਤੀ ਢੰਗ ਨਾਲ ਵੰਡਿਆ ਗਿਆ ਤਾਂ ਤੁਹਾਨੂੰ ਕਚਹਿਰੀ ਚੜਾਵਾਂਗੇ। ਥੈਂਕ ਯੂ ਵੈਰੀ ਮਚ। ਟੈਕਨੀਕਲ ਤੌਰ ਤੇ ਵੀ ਰਵਿੰਦਰ ਜੀ ਕੁਝ ਆਵਾਜ਼ ਦੀ ਸਮੱਸਿਆ ਆ ਰਹੀ ਹੈ। ਬਹੁਤ ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਧੰਨਵਾਦ। ਪੰਜਾਬ ਬਹੁਤ ਵੱਡੇ ਸੰਕਟ ਚੋਂ ਨਿਕਲ ਰਿਹਾ ਹੈ। ਹੜ੍ਹਾਂ ਦੀ ਮਾਰ ਚਾਹੇ ਬਾਰਿਸ਼ ਹਿਮਾਚਲ 'ਚ ਹੋਵੇ ਤੇ ਚਾਹੇ ਪੰਜਾਬ 'ਚ ਵੱਡੀ ਤਰਾਸਦੀ, ਹਜ਼ਾਰਾਂ ਏਕੜ ਫਸਲ ਬਰਬਾਦ। ਪੰਜਾਬ ਤੇ ਕੇਂਦਰ ਸਰਕਾਰ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਨੂੰ ਇਸ ਤਰਾਸਦੀ 'ਚੋਂ ਕਿਵੇਂ ਕੱਢਿਆ ਜਾ ਸਕਦਾ ਹੈ। ਪੰਜਾਬ ਨੇ ਕਿਸਾਨਾਂ ਦੀ ਰਾਹਤ ਦੇ ਲਈ ਇੱਕ ਪਹਿਲੀ ਖੇਪ ਜਿਹੜੀ ਜ਼ਰੂਰ ਜਾਰੀ ਕੀਤੀ ਹੈ, ਪਰ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਮਸਲੇ ਦਾ ਵੱਡਾ ਹੱਲ ਤਰਾਸ਼ਿਆ ਜਾਣਾ ਚਾਹੀਦਾ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਤੇ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।